प्यारे बच्चों सत श्री अकाल। बच्चों ਤੁਹਾਨੂੰ ਕੰਨਾ ਮਾਤਰਾ ਦੀ ਪਹਿਚਾਨ ਤਾਂ ਹੋ ਗਈ ਹੈ। ਆਓ ਇਹਨਾਂ ਸ਼ਬਦਾਂ ਨੂੰ ਮੁਹਾਰਨੀ ਨਾਲ ਪੜ੍ਹਦੇ ਹਾਂ। ਪਾ ਪਾ ਪਾਪਾ, ਇਹ ਹਨ ਪਾਪਾ ਜੀ। ਬਾ ਬਾ ਬਾਬਾ, ਇਹ ਹਨ ਬਾਬਾ ਜੀ। ਰਾ ਜਾ राजा, ये कौन है बच्चों? राजा। वाजा वाजा, ये की है बच्चों? वाजा, बिल्कुल सही। काला काला, ये केड़ा रंग है? काला। गारा, ये की होया पिया है? गारा। ਹੁਣ ਕੱਕੇ ਨੂੰ ਕੋਈ ਵੀ ਮਾਤਰਾ ਨਹੀਂ ਤਾਂ ਪੜਾਂਗੇ ਕੜਾ ਕੜਾ। ਹਰਾ ਹਰਾ, ਇਹ ਕਿਹੜਾ ਰੰਗ ਹੈ? ਹਰਾ। ਗਧਾ ਗਧਾ, ਇਹ ਕਿਹੜਾ ਜਾਨਵਰ ਹੈ? ਗਧਾ। ਕੜਾ ਕੜਾ, ਇਹ ਕੀ ਹੈ ਬੱਚੋ? ਕੜਾ। तवा तवा, ਇਹ ਹੈ ਤਵਾ ਜਿਸ ਤੇ ਰੋਟੀ ਪਕਾਉਂਦੇ ਹਾਂ। ਤਵਾ। ਹਵਾ ਹਵਾ, ਹਵਾ ਸਾਨੂੰ ਸਾਹ ਲੈਣ ਲਈ ਚਾਹੀਦੀ ਹੈ। ਆਓ ਇਹਨਾਂ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਦੇ ਹਾਂ। ਤਾਂ ਲਿਖਦੇ ਹਾਂ ਪੱਪੇ ਕੰਨਾ ਪਾ, ਪੱਪੇ ਕੰਨਾ ਪਾ ਪਾ पा पापा। बब्बे कन्ना बा, बब्बे कन्ना बा 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 बाबा। रारे कन्ना रा, जज्जे कन्ना जा रा जा राजा। वावे कन्ना वा, जज्जे कन्ना जा वा जा वाजा। कक्के कन्ना का, लल्ले कन्ना ला काला काला। गग्गे कन्ना गा, रारे कन्ना रा गा रा। बच्चों घर दा काम है पन्ना नंबर 78 ਤੋਂ ਤੁਸੀਂ ਕੰਨਾ ਮਾਤਰਾ ਵਾਲੇ ਸ਼ਬਦਾਂ ਨੂੰ ਸੁੰਦਰ ਕਰਕੇ ਲਿਖਣਾ ਹੈ ਤੇ ਪੜ੍ਹਨਾ ਹੈ। ਪਿਆਰੇ ਬੱਚਿਓ ਅੱਜ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਸੰਖਿਆਵਾਂ ਦੀ ਤੁਲਨਾ ਕਰਨੀ ਸਿੱਖਾਂਗੇ। ਪਿਆਰੇ ਬੱਚਿਓ ਸੰਖਿਆ ਪੱਟੀ ਨੂੰ ਧਿਆਨ ਨਾਲ ਦੇਖੋ। ਇਸ ਸੰਖਿਆ ਪੱਟੀ ਵਿੱਚ ਇੱਕ ਸਭ ਤੋਂ ਛੋਟੀ ਸੰਖਿਆ ਹੈ ਅਤੇ ਇੱਕ ਤੋਂ ਵੱਡੀ ਸੰਖਿਆ ਹੈ 2, 2 ਤੋਂ ਵੱਡੀ 3, 3 ਤੋਂ ਵੱਡੀ ਸੰਖਿਆ ਹੈ 4, 4 ਤੋਂ ਵੱਡੀ 5। ਪਿਆਰੇ ਬੱਚਿਓ ਜਦੋਂ ਆਪਾਂ ਇੱਕ ਤੋਂ ਗਿਣਤੀ ਗਿਣਦੇ ਹੋਏ ਅੱਗੇ ਵੱਲ ਨੂੰ ਜਾਂਦੇ ਹਾਂ ਤਾਂ ਸੰਖਿਆਵਾਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ। ਇਸ ਸੰਖਿਆ ਪੱਟੀ ਵਿੱਚ 20 ਸਭ ਤੋਂ ਵੱਡੀ ਸੰਖਿਆ ਹੈ। ਹੁਣ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਵੱਡੀ ਸੰਖਿਆ ਤੇ ਚੱਕਰ ਲਗਾਉਂਦੇ ਹਾਂ। ਇੱਥੇ ਆਪਾਂ ਨੂੰ ਦੋ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ ਆਪਾਂ ਉਸ ਉੱਤੇ ਚੱਕਰ ਲਗਾਉਣਾ ਹੈ। ਬੱਚਿਓ ਇੱਕ ਸੰਖਿਆ ਆਪਾਂ ਨੂੰ 7 ਦਿੱਤੀ ਗਈ ਹੈ, ਇੱਕ ਸੰਖਿਆ ਦਿੱਤੀ ਗਈ ਹੈ 17। ਤਾਂ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? ਧਿਆਨ ਨਾਲ ਦੇਖੋ ਬੱਚਿਓ, ਸੰਖਿਆ ਪੱਟੀ ਵਿੱਚ ਦੇਖੋ ਸੰਖਿਆ 17 ਸੰਖਿਆ 7 ਤੋਂ ਬਾਅਦ ਆਉਂਦੀ ਹੈ। ਵੈਸੇ ਵੀ ਬੱਚਿਓ ਸੰਖਿਆ 17 2 ਅੰਕੀ ਸੰਖਿਆ ਹੈ। 2 ਅੰਕੀ ਸੰਖਿਆ 1 ਅੰਕੀ ਸੰਖਿਆ ਤੋਂ ਹਮੇਸ਼ਾ ਵੱਡੀ ਹੁੰਦੀ ਹੈ। ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ ਸੰਖਿਆ 17 ਵੱਡੀ ਸੰਖਿਆ ਹੈ। ਤਾਂ ਆਪਾਂ ਸੰਖਿਆ 17 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਦੋ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? ਇੱਕ ਸੰਖਿਆ ਆਪਾਂ ਨੂੰ 19 ਦਿੱਤੀ ਗਈ ਹੈ, ਇੱਕ ਸੰਖਿਆ ਹੈ 15। ਤਾਂ ਬੱਚਿਓ ਸੰਖਿਆ ਪੱਟੀ ਵਿੱਚ ਧਿਆਨ ਨਾਲ ਦੇਖੋ ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? ਇਹ ਦੇਖੋ ਬੱਚਿਓ ਸੰਖਿਆ 19 ਸੰਖਿਆ 15 ਤੋਂ ਬਾਅਦ ਆਉਂਦੀ ਹੈ। ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ 19 ਵੱਡੀ ਸੰਖਿਆ ਹੈ।
ਤਾਂ ਆਪਾਂ ਸੰਖਿਆ 19 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਦੋ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? ਇੱਕ ਸੰਖਿਆ ਆਪਾਂ ਨੂੰ 13 ਦਿੱਤੀ ਗਈ ਹੈ, ਇੱਕ ਸੰਖਿਆ ਆਪਣੇ ਕੋਲ ਹੈ 10। ਤਾਂ ਬੱਚਿਓ ਇਹਨਾਂ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? ਸੰਖਿਆ ਪੱਟੀ ਵਿੱਚ ਧਿਆਨ ਨਾਲ ਦੇਖੋ, ਸੰਖਿਆ 13 ਸੰਖਿਆ 10 ਤੋਂ ਬਾਅਦ ਆਉਂਦੀ ਹੈ। ਇਸ ਲਈ ਇਹਨਾਂ ਦੋਨਾਂ ਸੰਖਿਆਵਾਂ ਵਿੱਚੋਂ 13 ਵੱਡੀ ਸੰਖਿਆ ਹੈ। ਤਾਂ ਆਪਾਂ ਸੰਖਿਆ 13 ਤੇ ਚੱਕਰ ਲਗਾਵਾਂਗੇ। ਪਿਆਰੇ ਬੱਚਿਓ, ਆਓ ਹੁਣ ਆਪਾਂ ਸੰਖਿਆ ਪੱਟੀ ਦੀ ਮਦਦ ਨਾਲ ਸਭ ਤੋਂ ਵੱਡੀ ਸੰਖਿਆ ਤੇ ਚੱਕਰ ਲਗਾਉਂਦੇ ਹਾਂ। ਇੱਥੇ ਆਪਾਂ ਨੂੰ ਤਿੰਨ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ? ਆਪਾਂ ਉਸ ਉੱਤੇ ਚੱਕਰ ਲਗਾਉਣਾ ਹੈ। ਇੱਕ ਸੰਖਿਆ ਆਪਾਂ ਨੂੰ 17 ਦਿੱਤੀ ਗਈ ਹੈ, ਇੱਕ ਸੰਖਿਆ ਹੈ 13 ਅਤੇ ਇੱਕ ਸੰਖਿਆ ਦਿੱਤੀ ਗਈ ਹੈ 16। ਤਾਂ ਬੱਚਿਓ ਧਿਆਨ ਨਾਲ ਦੇਖੋ, ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ? ਸੰਖਿਆ ਪੱਟੀ ਵਿੱਚ ਦੇਖੋ, ਸੰਖਿਆ 17 ਇਹਨਾਂ ਦੋਨਾਂ ਸੰਖਿਆਵਾਂ ਤੋਂ ਬਾਅਦ ਵਿੱਚ ਆਉਂਦੀ ਹੈ। ਇਸ ਲਈ ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸੰਖਿਆ 17 ਸਭ ਤੋਂ ਵੱਡੀ ਹੈ। ਤਾਂ ਆਪਾਂ ਸੰਖਿਆ 17 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਇੱਕ ਸੰਖਿਆ 15 ਦਿੱਤੀ ਗਈ ਹੈ, ਇੱਕ ਸੰਖਿਆ ਹੈ ਆਪਣੇ ਕੋਲ 18 ਤੇ ਇੱਕ ਸੰਖਿਆ ਹੈ ਆਪਣੇ ਕੋਲ 17। ਤਾਂ ਬੱਚਿਓ ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ? ਸੰਖਿਆ ਪੱਟੀ ਵਿੱਚ ਧਿਆਨ ਨਾਲ ਦੇਖੋ, ਸੰਖਿਆ 18 ਇਹਨਾਂ ਦੋਨਾਂ ਸੰਖਿਆਵਾਂ ਤੋਂ ਬਾਅਦ ਵਿੱਚ ਆਉਂਦੀ ਹੈ। ਇਸ ਲਈ ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸੰਖਿਆ 18 ਸਭ ਤੋਂ ਵੱਡੀ ਹੈ। ਤਾਂ ਆਪਾਂ ਸੰਖਿਆ 18 ਤੇ ਚੱਕਰ ਲਗਾਵਾਂਗੇ। ਆਓ ਅਗਲਾ ਸਵਾਲ ਹੱਲ ਕਰਦੇ ਹਾਂ। ਇੱਥੇ ਆਪਾਂ ਨੂੰ ਤਿੰਨ ਸੰਖਿਆਵਾਂ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ? ਇੱਕ ਸੰਖਿਆ ਆਪਣੇ ਕੋਲ ਹੈ 9, ਇੱਕ ਸੰਖਿਆ ਦਿੱਤੀ ਗਈ ਹੈ 5 ਅਤੇ ਇੱਕ ਸੰਖਿਆ ਆਪਣੇ ਕੋਲ ਹੈ 15। ਤਾਂ ਪਿਆਰੇ ਬੱਚਿਓ ਧਿਆਨ ਨਾਲ ਦੇਖੋ, ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਸਭ ਤੋਂ ਵੱਡੀ ਹੈ? ਸੰਖਿਆ ਪੱਟੀ ਵਿੱਚ ਦੇਖੋ, ਸੰਖਿਆ 15 ਇਹਨਾਂ ਦੋਨਾਂ ਸੰਖਿਆਵਾਂ ਤੋਂ ਬਾਅਦ ਆਉਂਦੀ ਹੈ। ਵੈਸੇ ਵੀ ਬੱਚਿਓ ਸੰਖਿਆ 15 ਦੋ ਅੰਕੀ ਸੰਖਿਆ ਹੈ। ਦੋ ਅੰਕੀ ਸੰਖਿਆ ਇੱਕ ਅੰਕੀ ਸੰਖਿਆ ਤੋਂ ਹਮੇਸ਼ਾ ਵੱਡੀ ਹੁੰਦੀ ਹੈ। ਇਸ ਲਈ ਇਹਨਾਂ ਤਿੰਨਾਂ ਸੰਖਿਆਵਾਂ ਵਿੱਚੋਂ ਸੰਖਿਆ 15 ਸਭ ਤੋਂ ਵੱਡੀ ਹੈ। ਤਾਂ ਆਪਾਂ ਸੰਖਿਆ 15 ਤੇ ਚੱਕਰ ਲਗਾਵਾਂਗੇ। ਪਿਆਰੇ ਬੱਚਿਓ, ਹੁਣ ਤੁਸੀਂ ਘਰ ਬੈਠ ਕੇ ਆਪਣੀ ਗਣਿਤ ਦੀ ਪੁਸਤਕ ਵਿੱਚੋਂ ਪੰਨਾ ਨੰਬਰ 60 ਤੋਂ ਇਹਨਾਂ ਸਾਰੇ ਸਵਾਲਾਂ ਨੂੰ ਆਪਣੀਆਂ ਕਾਪੀਆਂ ਉੱਤੇ ਹੱਲ ਕਰਨਾ ਹੈ। Good morning, children. Welcome to your English class. Children, today we will learn to write the letter R. R, rose. Let's start. Look here, children. It is R. R, rose. Let us feel the shape. Look here. It has a standing line. Then a small curve, and a slanting line. It is R, rose. Now children, let us make the letter R with the help of clay. Look here, we will make a standing line. Then we will make a small curve like this, and then a slanting line. Look, R, rat. Look here, we will draw a standing line, then a small curve and a slanting line. It is R, rose. Look here, children, we write R in the first 3 lines of our notebook, and for writing R we will draw a standing line up to the 3rd line,
and then a small curve and a slanting line up to the third line. It is R. Look here. We will draw a standing line and a small curve up to the second line and a slanting line up to the third line. R. A standing line, a small curve up to the second line and a slanting line. R. A standing line, a small curve and a slanting line. Again, a standing line, a small curve and a slanting line. R. Well done. Very good. That's all for today. So now it's time for your homework. And your homework is you will write a complete page for letter R in your notebook. I'll meet you again. Till then, keep learning. Bye-bye. ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਤੁਹਾਡਾ ਸਭ ਦਾ ਦੂਜੀ ਜਮਾਤ ਦੀ ਪੰਜਾਬੀ ਵਿਸ਼ੇ ਦੀ ਕਲਾਸ ਵਿੱਚ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਆਪਾਂ ਤੁਹਾਡੀ ਪੰਜਾਬੀ ਪਾਠ ਪੁਸਤਕ ਦਾ ਪਾਠ ਨੰਬਰ 1 ਮੇਰੀ ਮਾਂ ਕਵਿਤਾ ਦੀ ਪਾਠ ਅਭਿਆਸ ਦਾ ਪ੍ਰਸ਼ਨ ਨੰਬਰ 2 ਜੋ ਕਿ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਹੈ ਕਰਾਂਗੇ। ਚਲੋ ਫਿਰ ਖੋਲੋ ਆਪਣੀਆਂ ਕਿਤਾਬਾਂ ਫਟਾਫਟ ਤੇ ਕੰਮ ਸ਼ੁਰੂ ਕਰੀਏ ਆਪਾਂ। ਹਾਂਜੀ ਬੇਟਾ, ਸਭ ਤੋਂ ਪਹਿਲੀ ਖਾਲੀ ਥਾਂ ਵੇਖੋ ਕੀ ਹੈ। ਕਿੰਨਾ ਮੈਨੂੰ ਖਾਲੀ ਥਾਂ ਲਡਾਉਂਦੀ। ਇਸ ਦੇ ਲਈ ਤੁਹਾਨੂੰ 2 ਵਿਕਲਪ ਦਿੱਤੇ ਗਏ ਹਨ। ਪਹਿਲਾ ਹੈ ਕੁੱਛੜ, ਦੂਜਾ ਹੈ ਲਾਡ। ਆਪਾਂ ਵੇਖਣਾ ਹੈ ਇਹਨਾਂ ਦੋਨਾਂ ਵਿੱਚੋਂ ਖਾਲੀ ਥਾਂ ਵਿੱਚ ਕੀ ਭਰਨਾ ਹੈ। ਹਾਂਜੀ ਬੇਟਾ, ਦੱਸੋ ਫਿਰ ਫਟਾਫਟ ਕੀ ਆਏਗਾ ਖਾਲੀ ਥਾਂ ਵਿੱਚ? ਲਾਡ। ਹਾਂਜੀ ਸ਼ਾਬਾਸ਼, ਲਾਡ ਆਏਗਾ। ਤਾਂ ਕੀ ਬਣ ਜਾਏਗਾ ਇਹ? ਕਿੰਨਾ ਮੈਨੂੰ ਲਾਡ ਲਡਾਉਂਦੀ। ਸ਼ਾਬਾਸ਼। ਹੁਣ ਅੱਗੇ ਵੇਖੋ, ਜਿਹੜੀ ਹੁੰਦੀ ਖਾਲੀ ਥਾਂ ਦੀ ਛਾਂ। ਇਸ ਦੇ ਲਈ ਆਪਾਂ ਨੂੰ 2 ਵਿਕਲਪ ਕਿਹੜੇ ਹਨ? ਪਹਿਲਾ ਹੈ ਰੁੱਖ, ਦੂਜਾ ਹੈ ਚਿੜੀ। ਛਾਂ ਕਿਸ ਦੀ ਹੁੰਦੀ ਹੈ ਬੇਟਾ? ਸਭ ਨੂੰ ਪਤਾ ਹੈ। ਹਾਂਜੀ ਦੱਸੋ ਜਲਦੀ। ਰੁੱਖ ਦੀ। ਸ਼ਾਬਾਸ਼, ਰੁੱਖ। ਤਾਂ ਇੱਥੇ ਉੱਤਰ ਕੀ ਆਏਗਾ? ਰੁੱਖ। ਹੁਣ ਖਾਲੀ ਥਾਂ ਵਿੱਚ ਆਪਾਂ ਰੁੱਖ ਭਰ ਦਾਂਗੇ ਤਾਂ ਸਤਰ ਪੂਰੀ ਕੀ ਬਣੇਗੀ? ਜਿਹੜੀ ਹੁੰਦੀ ਰੁੱਖ ਦੀ ਛਾਂ। ਹਾਂਜੀ ਅੱਗੇ ਵੇਖੋ, ਹਰ ਪਲ ਆਪਣਾ ਖਾਲੀ ਥਾਂ ਚੁਕਾਵਾਂ। ਇਸ ਦੇ ਲਈ ਵਿਕਲਪ ਕੀ ਹਨ? ਪਹਿਲਾ ਹੈ ਸੀਸ, ਦੂਜਾ ਹੈ ਲੋਰੀਆਂ। ਆਪਾਂ ਦੇਖਣਾ ਹੈ ਕਿ ਇਸ ਦੇ ਵਿੱਚ ਆਪਾਂ ਕੀ ਭਰਾਂਗੇ। ਹਾਂਜੀ ਕਵਿਤਾ ਯਾਦ ਹੈ ਤੁਹਾਨੂੰ? ਸੋਚੋ। ਸੀਸ। ਸ਼ਾਬਾਸ਼ ਬੇਟਾ, ਇੱਥੇ ਆਪਾਂ ਸੀਸ ਭਰਾਂਗੇ ਤਾਂ ਸਤਰ ਕੀ ਬਣ ਜਾਏਗੀ ਪੂਰੀ? ਹਰ ਪਲ ਆਪਣਾ ਸੀਸ ਝੁਕਾਵਾਂ। ਸ਼ਾਬਾਸ਼। ਚਲੋ ਅੱਗੇ ਵੇਖੋ, ਦਸੀਆਂ ਮਾਂ ਦੀਆਂ ਖਾਲੀ ਥਾਂ ਗੱਲਾਂ, ਚੰਗੀਆਂ ਮੰਦੀਆਂ। ਇਹਨਾਂ ਦੋਨਾਂ ਵਿੱਚੋਂ ਕਿਹੜਾ ਵਿਕਲਪ ਸਹੀ ਹੈ? ਦੱਸੋ ਬੇਟਾ। ਚੰਗੀਆਂ। ਸ਼ਾਬਾਸ਼, ਚੰਗੀਆਂ ਗੱਲਾਂ। ਤਾਂ ਸਤਰ ਕੀ ਬਣ ਜਾਏਗੀ? ਦਸੀਆਂ ਮਾਂ ਦੀਆਂ ਚੰਗੀਆਂ ਗੱਲਾਂ। ਠੀਕ। ਹੁਣ ਅੱਗੇ ਵੇਖੋ, ਮਾਂ ਸ਼ਬਦ ਜਿਉਂ ਡਾਡਾ ਖਾਲੀ ਥਾਂ। ਇਸ ਦੇ ਲਈ 2 ਵਿਕਲਪ ਹਨ। ਪਹਿਲਾ ਹੈ ਸੁੱਚਾ, ਦੂਜਾ ਹੈ ਉੱਚਾ। ਇਹਨਾਂ ਦੋਨਾਂ ਵਿੱਚੋਂ ਵੇਖੋ ਕੀ ਆਏਗਾ ਇੱਥੇ। ਹਾਂਜੀ ਬੇਟਾ। ਸੁੱਚਾ। ਸ਼ਾਬਾਸ਼, ਸੁੱਚਾ ਆਏਗਾ ਇੱਥੇ। ਤਾਂ ਸਤਰ ਪੂਰੀ ਕੀ ਬਣ ਜਾਏਗੀ? ਮਾਂ ਸ਼ਬਦ ਜਿਉਂ ਡਾਡਾ ਸੁੱਚਾ। ਪਿਆਰੇ ਬੱਚਿਓ, ਜਿਹੜਾ ਮੈਂ ਤੁਹਾਨੂੰ ਪ੍ਰਸ਼ਨ ਨੰਬਰ 2 ਹੁਣ ਕਰਵਾਇਆ ਹੈ ਉਸ ਨੂੰ ਤੁਸੀਂ ਸੁੰਦਰ ਲਿਖਾਈ ਦੇ ਵਿੱਚ ਆਪਣੀ ਕਿਤਾਬ ਉੱਪਰ ਕਰਨਾ ਹੈ। ਧੰਨਵਾਦ। ਪਿਆਰੇ ਬੱਚਿਓ, ਅੱਜ ਆਪਾਂ 2 ਅੰਕੀ ਸੰਖਿਆ ਵਿੱਚ 2 ਅੰਕੀ ਸੰਖਿਆ ਦਾ ਜੋੜ ਕਰੰਸੀ ਨੋਟਾਂ ਦੀ ਮਦਦ ਨਾਲ
ਵੱਖ-ਵੱਖ ਤਰੀਕਿਆਂ ਨਾਲ ਕਰਾਂਗੇ। ਬੱਚਿਓ, ਇਹ ਰੀਟਾ ਹੈ। ਰੀਟਾ ਨੂੰ ਰੁਪਏ ਇਕੱਠੇ ਕਰਨ ਦਾ ਬਹੁਤ ਸ਼ੌਂਕ ਹੈ। ਰੀਟਾ ਨੇ ਕੁਝ ਰੁਪਏ ਇਕੱਠੇ ਕੀਤੇ ਹਨ। ਵੇਖਦੇ ਹਾਂ ਉਸਨੇ ਕਿੰਨੇ ਰੁਪਏ ਇਕੱਠੇ ਕੀਤੇ ਹਨ। 10-10 ਦੇ 3 ਨੋਟ 30 ਰੁਪਏ ਅਤੇ 1-1 ਦੇ 7 ਨੋਟ 7 ਰੁਪਏ। ਤਾਂ ਕਿੰਨੇ ਰੁਪਏ ਹੋ ਗਏ? 37 ਰੁਪਏ। ਰੀਟਾ ਨੇ ਕੁਝ ਹੋਰ ਰੁਪਏ ਇਸ ਮਹੀਨੇ ਵੀ ਇਕੱਠੇ ਕੀਤੇ ਹਨ। ਚਲੋ ਗਿਣਦੇ ਹਾਂ। 10-10 ਦੇ 2 ਨੋਟ 20 ਰੁਪਏ ਅਤੇ 1-1 ਦੇ 5 ਨੋਟ 25 ਰੁਪਏ। ਰੀਟਾ ਕੋਲ ਕੁੱਲ ਕਿੰਨੇ ਰੁਪਏ ਇਹ ਦੇਖਣ ਲਈ ਆਪਾਂ ਕਰੰਸੀ ਨੋਟਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਾਂਗੇ ਅਤੇ ਜੋੜਫਲ ਪਤਾ ਕਰਾਂਗੇ। ਇਸ ਤਰਫ ਹਨ 37 ਰੁਪਏ ਅਤੇ ਇਸ ਤਰਫ ਹਨ 25 ਰੁਪਏ। ਵੇਖੋ ਬੱਚਿਓ, ਮੈਂ 25 ਰੁਪਿਆਂ ਨੂੰ ਹੁਣ ਕਿਸ ਤਰ੍ਹਾਂ ਰੱਖਦੀ ਹਾਂ? 10 10 5। ਬੱਚਿਓ, ਮੈਂ ਇਹਨਾਂ 37 ਰੁਪਿਆਂ ਵਿੱਚ 10 ਰੁਪਏ ਹੋਰ ਰੱਖ ਦਿੱਤੇ ਤਾਂ 37 ਰੁਪਿਆਂ ਵਿੱਚ 10 ਰੁਪਏ ਹੋਰ ਰੱਖਣ ਤੇ ਕਿੰਨੇ ਰੁਪਏ ਬਣ ਗਏ? ਹਾਂਜੀ, 47। 47 ਰੁਪਏ ਵਿੱਚ 10 ਰੁਪਏ ਹੋਰ ਰੱਖਣ ਤੇ ਹੁਣ ਕਿੰਨੇ ਰੁਪਏ ਬਣ ਗਏ ਹਨ? 47 + 10 ਕਿੰਨੇ ਬਣ ਗਏ? 57। 57 ਵਿੱਚ ਇਹ 5 ਰੁਪਏ ਹੋਰ ਰੱਖਣ ਤੇ ਇਹ ਕਿੰਨੇ ਰੁਪਏ ਬਣ ਗਏ ਹਨ? ਹਾਂਜੀ, 62 ਰੁਪਏ। ਤਾਂ ਰੀਟਾ ਕੋਲ ਕਿੰਨੇ ਰੁਪਏ ਹਨ? 62 ਰੁਪਏ। ਬੱਚਿਓ, ਇਹ ਹਨ 37 ਰੁਪਏ ਅਤੇ ਇਹ ਹਨ 25 ਰੁਪਏ। 25 ਰੁਪਿਆਂ ਨੂੰ ਬੱਚਿਓ ਹੁਣ ਇੱਕ ਮੈਂ ਨਵੇਂ ਤਰੀਕੇ ਨਾਲ ਰੱਖਦੀ ਹਾਂ। ਵੇਖੋ, 20 ਰੁਪਏ ਅਤੇ 5 ਰੁਪਏ। 37 ਰੁਪਿਆਂ ਵਿੱਚ 20 ਰੁਪਏ ਮੈਂ ਹੋਰ ਰੱਖ ਦਿੱਤੇ ਤਾਂ 37 ਵਿੱਚ 20 ਰੁਪਏ ਹੋਰ ਰੱਖਣ ਤੇ ਕਿੰਨੇ ਬਣ ਗਏ? 57। 57 ਰੁਪਿਆਂ ਵਿੱਚ 5 ਰੁਪਏ ਹੋਰ ਰੱਖਣ ਤੇ ਕਿੰਨੇ ਬਣ ਗਏ? 62 ਰੁਪਏ। ਬੱਚਿਓ, ਇਹ ਹਨ 37 ਰੁਪਏ ਅਤੇ ਇਹ ਹਨ 25 ਰੁਪਏ। ਹੁਣ ਆਪਾਂ ਇਹਨਾਂ ਨੋਟਾਂ ਨੂੰ ਇੱਕ ਅਲੱਗ ਤਰੀਕੇ ਨਾਲ ਰੱਖਦੇ ਹਾਂ। 10-10 ਦੇ 3 ਨੋਟ 30 ਰੁਪਏ, 1-1 ਦੇ 7 ਨੋਟ 7 ਰੁਪਏ, 10-10 ਦੇ 2 ਨੋਟ 20 ਰੁਪਏ, 1-1 ਦੇ 5 ਨੋਟ 25 ਰੁਪਏ। ਹੁਣ ਆਪਾਂ 10-10 ਦੇ ਨੋਟਾਂ ਨੂੰ ਇੱਕ ਸਾਈਡ ਤੇ ਲੈ ਕੇ ਰੱਖਦੇ ਹਾਂ ਅਤੇ 1-1 ਦੇ ਨੋਟਾਂ ਨੂੰ ਦੂਸਰੀ ਸਾਈਡ ਤੇ। 30 ਨੋਟਾਂ ਵਿੱਚ 20 ਰੁਪਏ ਹੋਰ ਰੱਖਣ ਤੇ ਕਿੰਨੇ ਰੁਪਏ ਬਣ ਜਾਂਦੇ ਹਨ? ਹਾਂਜੀ, 50 ਰੁਪਏ। ਹੁਣ ਆਪਾਂ 1-1 ਦੇ ਨੋਟਾਂ ਨੂੰ ਇਕੱਠਾ ਕਰਾਂਗੇ। 7 ਨੋਟਾਂ ਵਿੱਚ 5 1-1 ਰੁਪਏ ਦੇ ਹੋਰ ਨੋਟ ਤਾਂ ਕਿੰਨੇ ਰੁਪਏ ਬਣ ਗਏ? 12 ਰੁਪਏ। 50 ਰੁਪਿਆਂ ਵਿੱਚ 12 ਰੁਪਏ ਹੋਰ ਰੱਖਣ ਤੇ ਕਿੰਨੇ ਰੁਪਏ ਬਣ ਗਏ? 62 ਰੁਪਏ। 37 ਰੁਪਏ 25 ਰੁਪਏ। ਬੱਚਿਓ, ਆਪਾਂ ਹੁਣ ਇਹਨਾਂ ਰੁਪਿਆਂ ਨੂੰ ਇੱਕ ਨਵੇਂ ਢੰਗ ਨਾਲ ਗਿਣਦੇ ਹਾਂ। ਪਹਿਲਾਂ ਆਪਾਂ 1-1 ਦੇ ਨੋਟ ਗਿਣਦੇ ਹਾਂ। 1 2 3 4 5 6 7। 1-1 ਦੇ 7 ਨੋਟ ਮਤਲਬ 7 ਇਕਾਈਆਂ। ਹੁਣ ਆਪਾਂ 10-10 ਦੇ ਨੋਟ ਗਿਣਦੇ ਹਾਂ। 1 2 3। 10-10 ਦੇ 3 ਨੋਟ ਮਤਲਬ 3 ਦਹਾਈਆਂ। ਹੁਣ ਆਪਾਂ ਇਹ 1-1 ਦੇ ਨੋਟ ਗਿਣਦੇ ਹਾਂ। 1 2 3 4 5। 1-1 ਦੇ 5 ਨੋਟ ਮਤਲਬ 5 ਇਕਾਈਆਂ। ਹੁਣ ਆਪਾਂ 10-10 ਦੇ ਨੋਟ ਗਿਣਦੇ ਹਾਂ। 1 2। 10-10 ਦੇ 2 ਨੋਟ ਮਤਲਬ 2 ਦਹਾਈਆਂ। ਬੱਚਿਓ, ਹੁਣ ਆਪਾਂ 1-1 ਦੇ ਇਹ ਸਾਰੇ ਨੋਟ ਗਿਣਦੇ ਹਾਂ ਕਿ ਸਾਰੇ ਕਿੰਨੇ ਨੋਟ ਬਣ ਗਏ ਹਨ। 1 2 3 4 5 6 7 8 9 10 11 12। 1-1 ਦੇ 12 ਨੋਟ ਹਨ। ਹੁਣ ਆਪਾਂ 1-1 ਰੁਪਏ ਦੇ 10 ਨੋਟਾਂ ਬਦਲੇ 10 ਰੁਪਏ ਦਾ ਇੱਕ ਨੋਟ ਹੋਰ ਲੈ ਲੈਂਦੇ ਹਾਂ ਤਾਂ ਇਸ ਦਾ ਮਤਲਬ ਦਹਾਈ ਇੱਕ ਹੋਰ ਵੱਧ ਜਾਵੇਗੀ ਕਿਉਂਕਿ ਆਪਾਂ ਨੂੰ ਪਤਾ ਹੈ
10 ਇਕਾਈਆਂ ਬਰਾਬਰ 1 ਦਹਾਈ। ਤਾਂ ਹੁਣ ਆਪਣੇ ਕੋਲ ਇਕਾਈਆਂ ਕਿੰਨੀਆਂ ਰਹਿ ਗਈਆਂ ਹਨ? 2 ਇਕਾਈਆਂ। ਅਤੇ ਦਹਾਈਆਂ ਕਿੰਨੀਆਂ ਬਣ ਗਈਆਂ ਹਨ? 6 ਦਹਾਈਆਂ, ਕਿਉਂਕਿ 10-10 ਦੇ 6 ਨੋਟ ਹੋ ਗਏ ਹਨ। ਤਾਂ ਬੱਚਿਓ ਹੁਣ ਕਿੰਨੀ ਸੰਖਿਆ ਬਣ ਗਈ ਹੈ? 60 2 62। ਬੱਚਿਓ ਆਪਾਂ ਇੱਕ ਸੰਖਿਆ ਤੋੜ ਕੇ, ਦੋਵੇਂ ਸੰਖਿਆਵਾਂ ਤੋੜ ਕੇ ਅਤੇ ਵਿਸਥਾਰ ਵਿਧੀ ਨਾਲ 37 ਅਤੇ 25 ਦਾ ਜੋੜ ਕਰਨਾ ਸਿੱਖਿਆ ਹੈ। ਬੱਚਿਓ ਘਰ ਤੋਂ ਤੁਸੀਂ ਪੇਜ ਨੰਬਰ 66 ਉੱਪਰ ਦਿੱਤੇ ਪਹਿਲੇ 3 ਸਵਾਲ ਕਰਨੇ ਹਨ। Hello dear children, you have learned to read and write words with vowel sound I. So today we are going to do dictation, and you know that dictation is in the form of an activity, as we have done with vowel sound A and E. I will show you 10 pictures one by one and you will write their names. So let's begin. Dear children, I will show you 10 pictures for this activity. So write down numbers 1 to 10 like this in your notebooks. Here is the first picture. Everyone write down the name for this picture. Now look at the second picture. Write down its name. Okay? Here is the next picture. Yes, write down its name. Should I show the next picture? Yes, ma'am. Okay, the next picture is here. Now let's move to the next picture. Children, write down its name. The next one is, children, do you know what is this? Yes, ma'am. That's good. Write down. The next one is, have you written? So look at the next picture. Well, we have written 8 words. The 9th picture is here. And this is the last one. Now let's check your words. I will show you the words one by one and you will check them. Put a tick for the right one and a cross for the wrong one. The first word was zip, z-ip, zip, or zip, zip. The next word was six, s-i-x, six. The next word was fig, f-i-g, fig. The fourth word was bin, b-in, bin. The next word was hit, H-I-T, hit. Children, check the next one. Nib, N-ib, nib. Yes, the next word was kite, K-I-T-E, kite. The next word was pill, P-I-L-L, pill. Check the next one. Five, F-I-V-E, five. And the last word was rice, R-I-C-E, rice. Now count your score and practice to write the words that are wrong. ਪਿਆਰੇ ਬੱਚਿਓ, ਹੁਣ ਤੱਕ ਆਪਾਂ ਪਾਠ 4 ਘਰ ਸਕੂਲ ਤੇ ਮੇਰਾ ਪਿੰਡ ਤਹਿਤ ਘਰ ਅਤੇ ਸਕੂਲ ਨਾਲ ਪਿਆਰ ਬਾਰੇ ਗੱਲਬਾਤ ਕਰ ਚੁੱਕੇ ਹਾਂ। ਹੁਣ ਆਪਾਂ ਘਰ ਅਤੇ ਸਕੂਲ ਦੀ ਮਹੱਤਤਾ ਅਤੇ ਉਹਨਾਂ ਦੀ ਆਪਸੀ ਸਮਾਨਤਾ ਬਾਰੇ ਗੱਲਬਾਤ ਕਰਾਂਗੇ। ਆਓ ਹੁਣ ਆਪਾਂ ਸਕੂਲ ਅਤੇ ਘਰ ਦੀ ਆਪਸੀ ਗੱਲਬਾਤ ਸੁਣਦੇ ਹਾਂ। ਮੈਂ ਸਰਕਾਰੀ ਐਲੀਮੈਂਟਰੀ ਸਕੂਲ ਜਾਗੋ ਬਸਤੀ, ਬਲਾਕ ਜਖਵਾਲੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬੋਲਦਾ ਹਾਂ। ਮੈਨੂੰ ਬੱਚੇ ਬਹੁਤ ਪਿਆਰੇ ਲੱਗਦੇ ਨੇ। ਮੇਰੇ ਕੋਲ ਬਹੁਤ ਸਾਰੇ ਬੱਚੇ ਪੜ੍ਹਨ ਲਈ ਆਉਂਦੇ ਹਨ। ਮੈਂ ਚਾਹੁੰਦਾ ਹਾਂ ਕਿ ਬੱਚੇ ਬਹੁਤ ਪੜ੍ਹਨ ਅਤੇ ਪੜ੍ਹ ਕੇ ਆਪਣੀ ਜ਼ਿੰਦਗੀ ਵਿੱਚ ਬਹੁਤ ਤਰੱਕੀਆਂ ਕਰਨ।
ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਪੜ੍ਹ ਲਿਖ ਕੇ ਇੱਕ ਚੰਗਾ ਇਨਸਾਨ ਬਣਨ। ਮੇਰੇ ਬੱਚੇ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਆਪਸੀ ਮਿਲਵਰਤਨ ਬਣਾ ਕੇ ਰੱਖਣ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਸਮਾਜ ਦੇ ਇੱਕ ਆਦਰਸ਼ ਨਾਗਰਿਕ ਬਣਨ। ਮੈਂ ਸਰਕਾਰੀ ਐਲੀਮੈਂਟਰੀ ਸਕੂਲ ਜਾਗੋ ਬਸਤੀ, ਬਲਾਕ ਜਖਵਾਲੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬੋਲਦਾ ਹਾਂ। ਮੈਂ ਘਰ ਬੋਲਦਾ ਹਾਂ। ਮੇਰੇ ਵਿੱਚ ਮਾਤਾ ਪਿਤਾ ਆਪਣੇ ਵੱਡਿਆਂ ਨਾਲ ਬੜੇ ਪਿਆਰ ਨਾਲ ਰਹਿੰਦੇ ਹਨ। ਮੈਂ ਉਹਨਾਂ ਦੇ ਸਾਰੇ ਸੁੱਖ ਦੁੱਖ ਅਤੇ ਖੁਸ਼ੀਆਂ ਦਾ ਗਵਾਹ ਹਾਂ। ਬੱਚੇ ਦਾ ਸਭ ਤੋਂ ਪਹਿਲਾ ਸਕੂਲ ਮੈਂ ਹੀ ਹਾਂ। ਸਭ ਤੋਂ ਪਹਿਲਾਂ ਬੱਚੇ ਬੋਲਣਾ ਚੱਲਣਾ ਮੇਰੇ ਕੋਲੋਂ ਹੀ ਸਿੱਖਦੇ ਹਨ। ਮੈਂ ਪਰਿਵਾਰ ਨੂੰ ਇੱਕ ਜਗ੍ਹਾ ਤੇ ਮਿਲ ਕੇ ਰਹਿਣਾ ਸਿਖਾਉਂਦਾ ਹਾਂ। ਆਪਸੀ ਪਿਆਰ ਦੀ ਭਾਵਨਾ ਦੀ ਸ਼ੁਰੂਆਤ ਮੇਰੇ ਤੋਂ ਹੀ ਹੁੰਦੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਪਰਿਵਾਰਿਕ ਮੈਂਬਰ ਸਮਾਜ ਵਿੱਚ ਰਹਿੰਦੇ ਹੋਏ ਇੱਕ ਚੰਗਾ ਨਾਗਰਿਕ ਹੋਣ ਦੀ ਉਦਾਹਰਣ ਬਣਨ। ਮੈਂ ਘਰ ਬੋਲਦਾ ਹਾਂ। ਪਿਆਰੇ ਬੱਚਿਓ, ਆਪਾਂ ਸਕੂਲ ਤੇ ਘਰ ਦੇ ਮੂੰਹੋਂ ਉਹਨਾਂ ਦੀ ਮਹੱਤਤਾ ਅਤੇ ਸਮਾਨਤਾਵਾਂ ਬਾਰੇ ਜਾਣ ਚੁੱਕੇ ਹਾਂ ਕਿ ਕਿਵੇਂ ਘਰ ਤੇ ਸਕੂਲ ਸਾਨੂੰ ਸਮਾਜ ਵਿੱਚ ਇੱਕ ਚੰਗਾ ਨਾਗਰਿਕ ਬਣਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਦੋਵੇਂ ਹੀ ਸਾਨੂੰ ਆਪਸ ਵਿੱਚ ਪਿਆਰ, ਮਿਲਵਰਤਨ ਅਤੇ ਭਾਈਚਾਰਕ ਸਾਂਝ ਸਿਖਾਉਂਦੇ ਹਨ। ਪਿਆਰੇ ਬੱਚਿਓ, ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਤੁਸੀਂ ਸਕੂਲ ਤੇ ਘਰ ਬਾਰੇ 5-5 ਲਾਈਨਾਂ ਆਪਣੀਆਂ ਕਾਪੀਆਂ ਵਿੱਚ ਲਿਖਣੀਆਂ ਹਨ। ਫਿਰ ਮਿਲਾਂਗੇ। ਧੰਨਵਾਦ। ਪਿਆਰੇ ਬੱਚਿਓ, ਤੁਸੀਂ ਆਪਣੀ ਤੀਜੀ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ 9ਵਾਂ ਪਾਠ ਸਾਈਕਲ ਦੇ ਝੂਠੇ ਪੜ੍ਹ ਚੁੱਕੇ ਹੋ। ਅੱਜ ਆਪਾਂ ਇਸ ਪਾਠ ਦਾ ਪਾਠ ਅਭਿਆਸ ਕਰਾਂਗੇ। ਅੱਜ ਦਾ ਸਾਡਾ ਵਿਸ਼ਾ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਚਲੋ ਫਿਰ ਬੱਚਿਓ, ਆਪਣੀ ਕਿਤਾਬ ਦਾ ਪੰਨਾ ਨੰਬਰ 48 ਖੋਲੋ ਤੇ ਦੇਖੋ ਪ੍ਰਸ਼ਨ ਊੜਾ। 3 ਦੋਸਤ ਕੌਣ ਕੌਣ ਸਨ? ਬੱਚਿਓ, ਪਾਠ ਨੂੰ ਸ਼ੁਰੂ ਤੋਂ ਪੜ੍ਹਨਾ ਸ਼ੁਰੂ ਕਰੋ। ਪਹਿਲੀ ਲਾਈਨ ਦੇਖੋ, ਚੂਹਾ, ਖਰਗੋਸ਼ ਅਤੇ ਕੁੱਤਾ 3 ਦੋਸਤ ਸਨ। ਹਾਂਜੀ, ਦੱਸੋ ਫਿਰ, ਇਹੀ ਹੈ ਨਾ ਸਾਡੇ ਪ੍ਰਸ਼ਨ ਦਾ ਉੱਤਰ। ਚਲੋ ਜੀ ਲਿਖੋ। ਚੂਹਾ, ਖਰਗੋਸ਼ ਅਤੇ ਕੁੱਤਾ 3 ਦੋਸਤ ਸਨ। ਇੱਕ ਵਾਰ ਫਿਰ ਸੁਣੋ। ਚੂਹਾ, ਖਰਗੋਸ਼ ਅਤੇ ਕੁੱਤਾ 3 ਦੋਸਤ ਸਨ। ਪ੍ਰਸ਼ਨ ਆੜਾ। ਸਾਈਕਲ ਕੌਣ ਚਲਾ ਰਿਹਾ ਸੀ? ਬੱਚਿਓ, ਪਾਠ ਦਾ ਦੂਜਾ ਪੈਰਾ ਵੇਖੋ। ਖਰਗੋਸ਼ ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ਬੈਠ ਗਿਆ। ਉਹ ਪੈਡਲ ਮਾਰਨ ਲੱਗਾ। ਭਾਵ ਸਾਈਕਲ ਕੌਣ ਚਲਾਉਣ ਲੱਗਾ? ਖਰਗੋਸ਼। ਚਲੋ ਜੀ, ਉੱਤਰ ਆੜਾ ਲਿਖੋ ਫਿਰ। ਸਾਈਕਲ ਖਰਗੋਸ਼ ਚਲਾ ਰਿਹਾ ਸੀ। ਹਾਂਜੀ, ਸਾਈਕਲ ਖਰਗੋਸ਼ ਚਲਾ ਰਿਹਾ ਸੀ। ਪ੍ਰਸ਼ਨ ਈੜੀ। ਸਾਈਕਲ ਕਿਵੇਂ ਉਲਟ ਗਿਆ? ਬੱਚਿਓ, ਕਹਾਣੀ ਵਿੱਚ ਅਸੀਂ ਦੇਖਿਆ ਸੀ ਕਿ ਜਦੋਂ ਤਿੰਨੇ ਦੋਸਤ ਸਾਈਕਲ ਤੇ ਖੁਸ਼ੀ ਵਿੱਚ ਨੱਚ ਗਾ ਰਹੇ ਸਨ ਤਾਂ ਇੱਕ ਪੱਥਰ ਨਾਲ ਟਕਰਾ ਕੇ ਸਾਈਕਲ ਉਲਟ ਗਿਆ ਸੀ। ਕਿਤਾਬ ਦਾ ਪੰਨਾ ਨੰਬਰ 45 ਖੋਲੋ। ਬਿਲਕੁਲ ਪਹਿਲੀ ਲਾਈਨ ਵਿੱਚ ਇਸ ਪ੍ਰਸ਼ਨ ਦਾ ਉੱਤਰ ਹੈ। ਹਾਂਜੀ, ਲਿਖੋ ਫਿਰ। ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਹਾਂਜੀ, ਫਿਰ ਸੁਣੋ। ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਪ੍ਰਸ਼ਨ ਸੱਸਾ। ਦੂਰ ਬੈਠੇ ਕੁੱਤੇ ਨੇ ਕੀ ਕਿਹਾ? ਹਾਂਜੀ, ਪੰਨਾ ਨੰਬਰ 45 ਤੇ ਫਿਰ ਵਾਪਸ ਆਓ। ਤਸਵੀਰ ਦੇ ਥੱਲੇ ਲਿਖਿਆ ਹੈ, ਦੂਰ ਬੈਠੇ ਕੁੱਤੇ ਨੇ ਕਿਹਾ, ਇਹ ਇਕੱਲੇ ਇਕੱਲੇ ਤੋਂ ਸਿੱਧਾ ਨਹੀਂ ਹੋਣਾ, ਤਿੰਨੇ ਰਲ ਕੇ ਜ਼ੋਰ ਲਾਉਂਦੇ ਹਾਂ। ਚਲੋ ਜੀ, ਫਿਰ ਲਿਖੋ ਅਗਲੇ ਪ੍ਰਸ਼ਨ ਦਾ ਉੱਤਰ।
ਦੂਰ ਬੈਠੇ ਕੁੱਤੇ ਨੇ ਕਿਹਾ ਕਿ ਸਾਈਕਲ ਨੂੰ ਸਿੱਧਾ ਕਰਨ ਲਈ ਸਾਨੂੰ ਤਿੰਨਾਂ ਨੂੰ ਮਿਲ ਕੇ ਜ਼ੋਰ ਲਾਉਣਾ ਚਾਹੀਦਾ ਹੈ। ਦੂਰ ਬੈਠੇ ਕੁੱਤੇ ਨੇ ਕਿਹਾ ਕਿ ਸਾਈਕਲ ਨੂੰ ਸਿੱਧਾ ਕਰਨ ਲਈ ਸਾਨੂੰ ਤਿੰਨਾਂ ਨੂੰ ਮਿਲ ਕੇ ਜ਼ੋਰ ਲਾਉਣਾ ਚਾਹੀਦਾ ਹੈ। ਹਾਂਜੀ ਬੱਚਿਓ, ਮੈਨੂੰ ਉਮੀਦ ਹੈ ਕਿ ਤੁਹਾਨੂੰ ਕਿਤਾਬ ਵਿੱਚੋਂ ਹੀ ਪ੍ਰਸ਼ਨਾਂ ਦੇ ਉੱਤਰ ਲੱਭਣੇ ਆ ਗਏ ਹੋਣਗੇ। ਚਲੋ ਫਿਰ ਅੱਜ ਘਰ ਦੇ ਕੰਮ ਵਿੱਚ ਤੁਸੀਂ ਇਹ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਸੋਹਣੀ ਲਿਖਾਈ ਵਿੱਚ ਆਪਣੀ ਕਾਪੀ ਵਿੱਚ ਲਿਖਣੇ ਹਨ ਤੇ ਫਿਰ ਯਾਦ ਵੀ ਕਰਨੇ ਹਨ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੌੜੀ ਵਿਧੀ ਨਾਲ 3 ਦਾ ਪਹਾੜਾ ਸਿੱਖਾਂਗੇ। ਪਿਆਰੇ ਬੱਚਿਓ, ਸਾਡੇ ਕੋਲ ਇੱਥੇ 1 2 3 ਖੜਵੀਆਂ ਪੱਟੀਆਂ ਹਨ। ਅਸੀਂ ਇਹਨਾਂ ਉੱਤੇ ਇੱਕ ਲੇਟਵੀਂ ਪੱਟੀ ਰੱਖਦੇ ਹਾਂ। ਇਹ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਨੂੰ ਜਿਹੜੇ ਬਿੰਦੂਆਂ ਤੇ ਕੱਟਦੀ ਹੈ ਉਹਨਾਂ ਨੂੰ ਕਾਟ ਬਿੰਦੂ ਕਹਿੰਦੇ ਹਨ। ਇੱਥੇ ਸਾਨੂੰ 1 2 3 ਕਾਟ ਬਿੰਦੂ ਮਿਲੇ ਹਨ। ਤਾਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਦਰਸਾਉਂਦੇ ਹਾਂ? 3 ਏਕਮ 3। ਇਸੇ ਤਰ੍ਹਾਂ ਬੱਚਿਓ, ਇੱਕ ਹੋਰ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਣ ਨਾਲ ਸਾਨੂੰ 3 ਕਾਟ ਬਿੰਦੂ ਹੋਰ ਮਿਲੇ ਹਨ। ਸਾਡੇ ਕੋਲ 3 ਕਾਟ ਬਿੰਦੂ ਪਹਿਲਾਂ ਸਨ। ਇਹਨਾਂ 3 ਬਿੰਦੂਆਂ ਦੇ ਨਾਲ ਸਾਡੇ ਕੋਲ 6 ਕਾਟ ਬਿੰਦੂ ਹੋ ਗਏ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 ਦੂਣੀ 6। ਇੱਕ ਹੋਰ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। ਇਸ ਨਾਲ ਵੀ ਸਾਨੂੰ 3 ਕਾਟ ਬਿੰਦੂ ਮਿਲਦੇ ਹਨ। ਸਾਡੇ ਕੋਲ 6 ਕਾਟ ਬਿੰਦੂ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ 9 ਕਾਟ ਬਿੰਦੂ ਹੋ ਗਏ। ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 ਤੀਏ 9। ਬੱਚਿਓ, ਇੱਕ ਹੋਰ ਲੇਟਵੀਂ ਪੱਟੀ ਭਾਵ ਚੌਥੀ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਣ ਨਾਲ 3 ਹੋਰ ਕਾਟ ਬਿੰਦੂ ਮਿਲਦੇ ਹਨ। ਸਾਡੇ ਕੋਲ 9 ਕਾਟ ਬਿੰਦੂ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 12 ਕਾਟ ਬਿੰਦੂ। ਇਹਨਾਂ ਨੂੰ ਦਰਸਾਉਂਦੇ ਹਾਂ 3 ਚੌਕੇ 12। ਹੁਣ ਇੱਕ ਹੋਰ ਲੇਟਵੀਂ ਪੱਟੀ ਆਪਾਂ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। ਇਹ ਪੱਟੀ ਵੀ ਖੜਵੀਆਂ ਪੱਟੀਆਂ ਨੂੰ 3 ਬਿੰਦੂਆਂ ਤੇ ਕੱਟਦੀ ਹੈ। 12 ਕਾਟ ਬਿੰਦੂ ਸਾਡੇ ਕੋਲ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 15 ਕਾਟ ਬਿੰਦੂ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 5 15। ਪਿਆਰੇ ਬੱਚਿਓ, ਅਸੀਂ ਇੱਕ ਹੋਰ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। ਇਹ ਪੱਟੀ ਵੀ ਖੜਵੀਆਂ ਪੱਟੀਆਂ ਨੂੰ 3 ਬਿੰਦੂਆਂ ਤੇ ਕੱਟਦੀ ਹੈ। 15 ਕਾਟ ਬਿੰਦੂ ਸਾਡੇ ਕੋਲ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 18 ਕਾਟ ਬਿੰਦੂ। ਤਾਂ ਇਹਨਾਂ ਨੂੰ ਦਰਸਾਉਂਦੇ ਹਾਂ 3 ਛੀਕੇ 18। ਇਸੇ ਤਰ੍ਹਾਂ ਬੱਚਿਓ, ਅਸੀਂ ਇੱਕ ਹੋਰ ਲੇਟਵੀਂ ਪੱਟੀ ਇਹਨਾਂ ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। 6 ਪੱਟੀਆਂ ਪਹਿਲਾਂ ਸਨ। 7ਵੀਂ ਲੇਟਵੀਂ ਪੱਟੀ ਨੇ ਵੀ 3 ਬਿੰਦੂਆਂ ਤੇ ਖੜਵੀਆਂ ਪੱਟੀਆਂ ਨੂੰ ਕੱਟਿਆ। ਸਾਡੇ ਕੋਲ 18 ਕਾਟ ਬਿੰਦੂ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 21 ਕਾਟ ਬਿੰਦੂ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 7 21। ਬੱਚਿਓ, ਅਸੀਂ ਇੱਕ ਹੋਰ ਲੇਟਵੀਂ ਪੱਟੀ ਰੱਖਦੇ ਹਾਂ। ਇਸ ਦੇ ਨਾਲ ਵੀ ਸਾਨੂੰ 3 ਕਾਟ ਬਿੰਦੂ ਹੋਰ ਪ੍ਰਾਪਤ ਹੁੰਦੇ ਹਨ। ਸਾਡੇ ਕੋਲ 21 ਕਾਟ ਬਿੰਦੂ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 24 ਕਾਟ ਬਿੰਦੂ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 8 24। ਇਸੇ ਤਰ੍ਹਾਂ ਬੱਚਿਓ, ਇੱਕ ਹੋਰ ਲੇਟਵੀਂ ਪੱਟੀ ਅਸੀਂ ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। ਇਸ ਦੇ ਨਾਲ ਵੀ ਸਾਨੂੰ 3 ਹੋਰ ਕਾਟ ਬਿੰਦੂ ਮਿਲਦੇ ਹਨ। ਸਾਡੇ ਕੋਲ 24 ਕਾਟ ਬਿੰਦੂ ਪਹਿਲਾਂ ਸਨ। 3 ਹੋਰ ਕਾਟ ਬਿੰਦੂਆਂ ਨਾਲ ਹੋ ਗਏ 27 ਕਾਟ ਬਿੰਦੂ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 9 27। ਬੱਚਿਓ, ਅਸੀਂ ਇੱਕ ਹੋਰ ਲੇਟਵੀਂ ਪੱਟੀ ਭਾਵ 10ਵੀਂ ਲੇਟਵੀਂ ਪੱਟੀ ਇਹਨਾਂ 3 ਖੜਵੀਆਂ ਪੱਟੀਆਂ ਤੇ ਰੱਖਦੇ ਹਾਂ। ਇਹ ਪੱਟੀ ਵੀ ਖੜਵੀਆਂ ਪੱਟੀਆਂ ਨੂੰ 3 ਬਿੰਦੂਆਂ ਤੇ ਕੱਟਦੀ ਹੈ। ਸਾਡੇ ਕੋਲ 27 ਕਾਟ ਬਿੰਦੂ ਪਹਿਲਾਂ ਸਨ। ਇਹ 3 ਕਾਟ ਬਿੰਦੂਆਂ ਨਾਲ ਹੋ ਗਏ 30 ਕਾਟ ਬਿੰਦੂ। ਤਾਂ ਇਹਨਾਂ ਨੂੰ ਅਸੀਂ ਦਰਸਾਉਂਦੇ ਹਾਂ 3 ਦਾਇਆ 30। ਪਿਆਰੇ ਬੱਚਿਓ, ਅੱਜ ਆਪਾਂ ਪੌੜੀ ਵਿਧੀ ਨਾਲ 3 ਦਾ ਪਹਾੜਾ ਸਿੱਖ ਲਿਆ ਹੈ। ਆਓ 3 ਦਾ ਪਹਾੜਾ ਮੇਰੇ ਨਾਲ ਬੋਲੋ। 3 ਏਕਮ 3, 3 ਦੂਣੀ 6, 3 ਤੀਏ 9, 3 ਚੌਕੇ 12, 3 ਪੰਜੇ 15, 3 ਛੀਕੇ 18, 3 7 21, 3 8 24, 3 9 27, 3 ਦਾਇਆ 30। ਪਿਆਰੇ ਬੱਚਿਓ, ਅੱਜ ਘਰ ਦੇ ਕੰਮ ਵਿੱਚ ਤੁਸੀਂ 3 ਦਾ ਪਹਾੜਾ ਯਾਦ ਕਰਨਾ ਹੈ
ਤੇ ਇਸੇ ਤਰ੍ਹਾਂ ਹੀ ਆਪਣੀ ਕਾਪੀ ਵਿੱਚ ਲਿਖਣਾ ਹੈ। Hello dear kids, pick up your pencil and colors. Let's learn how to make flowers. First, we will draw a shape of flower. It could be circle or oval. Let's make tulip flower with the help of an oval shape. Take a slight curve from here and we will draw the same on opposite side. Make a reverse V. Make a stem out of it. Draw a long leaf with slight curves. You can choose any color to fill it. I'll choose the pink one. Green for leaf. Rub it from here. We can highlight it with dark tones like this. I'll use this dark green for stem also. You can also create a bunch of tulip flowers. Draw more tulips and color them. A bunch of tulips. Now tell me, which flower is it? Yes, it is marigold. It is round in shape. So, we will draw a circle. Draw some small circles here. Now, let's draw number 3 again and again. Here also. Yes, is it easy or tough? Yes, very easy. Now I'm drawing a stem and leaves. Let's see how to color it. First, fill it with yellow color. Then highlight it with orange color. Just from left side and very little green in the center. Dark green in leaves. Marigold. Let's make some more flowers with the help of poster colors. Create a circle with the help of brush. Apply some color on the round brush and try to make petals like this. We can also use our fingertips to paint flower like this. Draw stems. Try to paint leaves like that. It's time for homework. Draw your favorite flower and color it. Bye-bye. See you soon. ਹਾਂਜੀ ਚੌਥੀ ਜਮਾਤ ਦੇ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ। ਵਿਸ਼ਾ ਪੰਜਾਬੀ ਪਾਠ ਨੰਬਰ 10 ਈਦ, ਜਿਸ ਵਿੱਚੋਂ ਅੱਜ ਆਪਾਂ ਕਰਾਂਗੇ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ। ਬੱਚਿਓ ਈਦ ਵੀ ਇੱਕ ਤਿਉਹਾਰ ਹੈ, ਜਿਵੇਂ ਵਿਸਾਖੀ, ਲੋਹੜੀ, ਦੁਸਹਿਰਾ, ਦੀਵਾਲੀ ਆਦਿ।
ਅਲੱਗ-ਅਲੱਗ ਖਿੱਤੇ ਦੇ ਲੋਕਾਂ ਦੇ ਆਪਣੇ-ਆਪਣੇ ਤਿਉਹਾਰ ਹਨ। ਆਜ਼ਾਦ ਦੇਸ਼ ਵਿੱਚ ਕਾਨੂੰਨੀ ਮਰਿਆਦਾ ਵਿੱਚ ਰਹਿ ਕੇ ਹਰ ਬੰਦੇ ਨੂੰ ਆਪਣੇ ਤਿਉਹਾਰ ਮੇਲੇ ਮਨਾਉਣ ਦੀ ਪੂਰਨ ਆਜ਼ਾਦੀ ਹੈ। ਬੱਚਿਓ, ਈਦ ਪਾਠ ਪੜ੍ਹਦਿਆਂ ਆਪਾਂ ਜਾਣਿਆ ਹੈ ਕਿ ਈਦ ਦਾ ਤਿਉਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ। ਲੋਕ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ, ਕਿਸ ਤਰ੍ਹਾਂ ਰੱਬ ਨੂੰ, ਖੁਦਾ ਨੂੰ ਯਾਦ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਸਾਰੇ ਸਵਾਲਾਂ ਨੂੰ ਆਪਾਂ ਠੀਕ ਸ਼ਬਦ ਚੁਣ ਕੇ ਖਾਲੀ ਥਾਂ ਭਰ ਕੇ ਪੂਰਾ ਕਰਾਂਗੇ। ਹਾਂਜੀ ਬੱਚਿਓ, ਪਹਿਲੀ ਖਾਲੀ ਥਾਂ ਊੜਾ ਡੈਸ਼ ਵਿੱਚ 30 ਰੋਜ਼ੇ ਰੱਖੇ ਜਾਂਦੇ ਹਨ। ਆਪਾਂ ਨੇ ਦਿੱਤੇ ਹੋਏ 5 ਸ਼ਬਦਾਂ ਈਦਗਾਹ, ਈਦ, ਰਮਜ਼ਾਨ, ਸੇਵੀਆਂ, ਖੁਦਾ, ਇਹਨਾਂ ਵਿੱਚੋਂ ਇੱਕ ਢੁਕਵਾਂ ਸ਼ਬਦ ਲੈ ਕੇ ਖਾਲੀ ਥਾਂ ਭਰਨੀ ਹੈ। ਸਾਨੂੰ ਕਿਤਾਬ ਵਿੱਚ ਵੀ ਇੱਕ ਸਤਰ ਆਉਂਦੀ ਹੈ, ਰਮਜ਼ਾਨ ਦੇ ਮਹੀਨੇ ਵਿੱਚ 30 ਰੋਜ਼ੇ ਰੱਖੇ ਜਾਂਦੇ ਹਨ। ਸੋ ਬੱਚਿਓ, ਦੱਸੋ ਹੁਣ ਇੱਥੇ ਕਿਹੜਾ ਸ਼ਬਦ ਢੁਕਵਾਂ ਹੈ? ਰਮਜ਼ਾਨ, ਬਿਲਕੁਲ ਸਹੀ। ਰਮਜ਼ਾਨ ਵਿੱਚ 30 ਰੋਜ਼ੇ ਰੱਖੇ ਜਾਂਦੇ ਹਨ। ਹਾਂਜੀ, ਦੂਸਰੀ ਖਾਲੀ ਥਾਂ ਐੜਾ। ਬੱਚਿਓ, ਘਰ ਘਰ ਡੈਸ਼ ਪਕਾਈਆਂ ਜਾ ਰਹੀਆਂ ਹਨ। ਤਾਂ ਇਹਨਾਂ ਦਿੱਤੇ ਹੋਏ 5 ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਢੁਕਵਾਂ ਹੈ? ਹਾਂਜੀ ਬੱਚਿਓ, ਜੇਕਰ ਆਪਾਂ ਕਿਤਾਬ ਵਿੱਚ ਸਤਰ ਦੀ ਗੱਲ ਕਰੀਏ ਤਾਂ ਘਰ ਘਰ ਸੇਵੀਆਂ ਪਕਾਈਆਂ ਜਾ ਰਹੀਆਂ ਹਨ। ਹਾਂਜੀ ਬੱਚਿਓ, ਘਰ ਘਰ ਤੋਂ ਬਾਅਦ ਕਿਹੜਾ ਸ਼ਬਦ ਆਇਆ ਹੈ? ਸੇਵੀਆਂ। ਸੇਵੀਆਂ ਸ਼ਬਦ ਬਿਲਕੁਲ ਢੁਕਵਾਂ ਹੈ ਜੀ। ਖਾਲੀ ਥਾਂ ਈੜੀ, ਸਭ ਲੋਕ ਡੈਸ਼ ਪਹੁੰਚ ਗਏ। ਹਾਂਜੀ, ਰਹਿੰਦੇ 3 ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਇੱਥੇ ਠੀਕ ਬੈਠੇਗਾ? ਈਦਗਾਹ, ਈਦ ਜਾਂ ਫਿਰ ਖੁਦਾ। ਆਪਾਂ ਜੇ ਕਿਤਾਬ ਤੇ ਇਹ ਸਤਰ ਇੱਕ ਵਾਰ ਫਿਰ ਪੜ੍ਹ ਕੇ ਦੇਖਦੇ ਹਾਂ। ਸਭ ਲੋਕ ਈਦਗਾਹ ਪਹੁੰਚ ਗਏ। ਹਾਂਜੀ ਬੱਚੋ, ਇਹਨਾਂ ਵਿੱਚ ਈਦਗਾਹ ਸ਼ਬਦ ਹੈ ਜੀ। ਹਾਂਜੀ, ਆਪਾਂ ਈਦਗਾਹ ਸ਼ਬਦ ਨੂੰ ਇੱਥੇ ਰੱਖ ਦਿੰਦੇ ਹਾਂ। ਸਭ ਲੋਕ ਈਦਗਾਹ ਪਹੁੰਚ ਗਏ। ਹਾਂਜੀ, ਖਾਲੀ ਥਾਂ ਸੱਸਾ। ਨਮਾਜ਼ ਪੜ੍ਹ ਕੇ ਹੱਥ ਉਠਾ ਕੇ ਡੈਸ਼ ਤੋਂ ਦੁਆ ਮੰਗੀ। ਹਾਂਜੀ ਬੱਚਿਓ, ਹੁਣ ਸਾਡੇ ਕੋਲ ਸ਼ਬਦ ਬਚੇ ਹਨ 2, ਈਦ ਅਤੇ ਖੁਦਾ। ਇਹਨਾਂ ਵਿੱਚੋਂ ਕਿਹੜਾ ਸ਼ਬਦ ਇਸ ਖਾਲੀ ਥਾਂ ਵਿੱਚ ਆਏਗਾ? ਆਪਾਂ ਫਿਰ ਇੱਕ ਵਾਰ ਕਿਤਾਬ ਤੋਂ ਸਤਰ ਵੀ ਪੜ੍ਹ ਲੈਂਦੇ ਹਾਂ। ਨਮਾਜ਼ ਪੜ੍ਹ ਕੇ ਹੱਥ ਉਠਾ ਕੇ ਖੁਦਾ ਤੋਂ ਦੁਆ ਮੰਗੀ। ਹਾਂਜੀ ਬੱਚੋ, ਇਹਨਾਂ 2 ਸ਼ਬਦਾਂ ਵਿੱਚੋਂ ਇੱਥੇ ਕਿਹੜਾ ਸ਼ਬਦ ਆਏਗਾ? ਖੁਦਾ। ਖੁਦਾ ਤੋਂ ਦੁਆ ਮੰਗੀ। ਹਾਂਜੀ ਬੱਚਿਓ, ਆਖਰੀ ਖਾਲੀ ਥਾਂ ਹੈ ਹਾਹਾ। ਸਭ ਨੇ ਇੱਕ ਦੂਜੇ ਨੂੰ ਡੈਸ਼ ਦੀ ਮੁਬਾਰਕਬਾਦ ਦਿੱਤੀ। ਤਾਂ ਸਾਡੇ ਕੋਲ ਇੱਕ ਹੀ ਸ਼ਬਦ ਬਚਿਆ ਹੈ, ਉਹ ਹੈ ਈਦ। ਤਾਂ ਇਸ ਵਿੱਚ ਕਿਹੜਾ ਸ਼ਬਦ ਆਵੇਗਾ ਬੱਚਿਓ? ਈਦ। ਸਭ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਪਾਠ ਦੇ ਆਖਰੀ ਪਹਿਰੇ ਵਿੱਚ ਵੀ ਆਖਰੀ ਸਤਰ ਹੈ, ਸਭ ਨੇ ਇੱਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਤਾਂ ਇਸ ਵਿੱਚ ਕਿਹੜਾ ਸ਼ਬਦ ਬਿਲਕੁਲ ਸਹੀ ਹੈ ਬੱਚਿਓ? ਈਦ। ਹਾਂਜੀ ਬੱਚਿਓ, ਇਹ ਸਨ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰਨੀਆਂ। ਹੁਣ ਕਰਦੇ ਹਾਂ ਜੀ ਆਪਾਂ ਘਰ ਦਾ ਕੰਮ। ਬੱਚੋ, ਇਹ ਖਾਲੀ ਥਾਵਾਂ ਤੁਸੀਂ ਆਪਣੀ ਕਾਪੀ ਵਿੱਚ ਸੁੰਦਰ ਸੁੰਦਰ ਲਿਖਾਈ ਵਿੱਚ ਉਤਾਰਨੀਆਂ ਹਨ ਅਤੇ ਆਪਣੇ ਅਧਿਆਪਕ ਤੋਂ ਚੈੱਕ ਕਰਵਾ ਕੇ ਯਾਦ ਵੀ ਕਰਨੀਆਂ ਹਨ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਬੇਟਾ? ਅੱਜ ਬੇਟਾ ਆਪਾਂ ਆਪਣੀ ਗਣਿਤ ਦੀ ਕਿਤਾਬ ਦੇ ਪੰਨਾ ਨੰਬਰ 70-71 ਤੋਂ ਬਹੁ ਵਿਕਲਪਿਕ ਪ੍ਰਸ਼ਨ ਹੱਲ ਕਰਨ ਜਾ ਰਹੇ ਹਾਂ। ਬਹੁ ਵਿਕਲਪਿਕ ਪ੍ਰਸ਼ਨ ਬੇਟਾ ਕੀ ਹੁੰਦੇ ਨੇ ਕਿ ਇੱਕ ਪ੍ਰਸ਼ਨ ਦੇ 4 ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਆਪਾਂ ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ। ਪਹਿਲਾ ਪ੍ਰਸ਼ਨ ਬੇਟਾ 53 ਗੁਣਾ 8 ਬਰਾਬਰ ਹੈ 8 ਗੁਣਾ ਖਾਲੀ ਥਾਂ। ਹੇਠਾਂ 4 ਉੱਤਰ ਨੇ, ਇਹਨਾਂ ਵਿੱਚੋਂ ਆਪਾਂ ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਵਾਂਗੇ। 53 ਗੁਣਾ 8 ਬਰਾਬਰ ਹੈ 8। ਹੁਣ ਬੇਟਾ ਆਪਾਂ ਪਤਾ ਕਰਨਾ ਹੈ ਕਿ ਇੱਥੇ ਕਿਹੜੀ ਸੰਖਿਆ ਆਵੇਗੀ। ਹੁਣ ਬੇਟਾ ਇਹਦੇ ਵਿੱਚ ਦੋਨਾਂ ਸੰਖਿਆਵਾਂ ਦੇ ਕੀ ਆ? ਬਰਾਬਰ ਦਾ ਨਿਸ਼ਾਨ ਆ। ਤਾਂ ਫਿਰ ਇਹਨਾਂ ਦੋਨਾਂ ਸੰਖਿਆਵਾਂ ਦਾ ਗੁਣਨਫਲ ਜਿਹੜਾ ਆ ਉਹ ਬਰਾਬਰ ਹੋਵੇਗਾ। ਹੁਣ ਬੇਟਾ ਕੋਈ ਵੀ ਸੰਖਿਆ, ਚਾਹੇ ਉਹ
ਪਿੱਛੇ ਹੋਵੇ ਚਾਹੇ ਅੱਗੇ ਲੱਗੀ ਹੋਵੇ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦਾ ਗੁਣਨਫਲ ਜਿਹੜਾ ਆ ਉਹ ਇੱਕੋ ਜਿਹਾ ਹੀ ਹੋਵੇਗਾ। ਗੁਣਾਂ ਦੇ ਗੁਣ ਬਾਰੇ ਆਪਾਂ ਚੰਗੀ ਤਰ੍ਹਾਂ ਵਾਕਿਫ ਹਾਂ ਕਿ ਰਕਮਾਂ ਦੀ ਤਰਤੀਬ ਬਦਲਣ ਤੇ ਗੁਣਨਫਲ ਵਿੱਚ ਕੋਈ ਫਰਕ ਨਹੀਂ ਪੈਂਦਾ। ਫਿਰ ਬੇਟਾ ਆਪਣੀ ਇੱਥੇ ਜਿਹੜੀ ਸੰਖਿਆ ਆ, ਇੱਥੇ ਖਾਲੀ ਥਾਂ ਵਿੱਚ ਕਿਹੜੀ ਆਵੇਗੀ? 53। ਤੇ ਫਿਰ ਬੇਟਾ ਆਪਣਾ ਇਧਰੋਂ ਉੱਤਰ ਕਿਹੜਾ ਸਹੀ ਆ? B। ਅਗਲਾ ਸਵਾਲ ਬੇਟਾ 126 ਭਾਗ 14 ਬਰਾਬਰ ਹੈ 9 ਵਿੱਚੋਂ ਕਿਹੜਾ ਭਾਜਕ ਹੈ? 4 ਉੱਤਰ ਨੇ, ਇਹਨਾਂ ਵਿੱਚੋਂ ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਉਣਾ ਹੈ। ਇਹ ਬੇਟਾ ਸਵਾਲ ਹੱਲ ਕੀਤਾ ਹੋਇਆ ਹੈ ਤੇ ਆਪਾਂ ਇਹਦੇ ਵਿੱਚੋਂ ਦੇਖਣਾ ਆ ਕਿ ਕਿਹੜਾ ਇਹਦੇ ਵਿੱਚੋਂ ਭਾਜਕ ਹੈ। ਸਵਾਲ ਨੂੰ ਬੇਟਾ ਆਪਾਂ ਇਸ ਤਰਤੀਬ 'ਚ ਲਿਖਦੇ ਆ ਤਾਂ ਦੇਖੀਏ ਕਿ 126 ਕੀ ਹੈ? ਭਾਜ, ਤੇ 14 ਕੀ ਹੈ? ਭਾਜਕ, ਤੇ 9 ਕੀ ਹੈ? ਭਾਗਫਲ। ਫਿਰ ਆਪਣਾ ਭਾਜਕ ਕਿਹੜਾ ਹੈ? 14। ਫਿਰ ਸਹੀ ਉੱਤਰ ਇਧਰੋਂ ਬੇਟਾ ਕਿਹੜਾ ਹੋਵੇਗਾ? 14। ਇਹ ਜਿਹੜਾ ਆ ਉਹ ਆਪਣਾ ਸਹੀ ਉੱਤਰ ਹੈ। 716 ਗੁਣਾ ਖਾਲੀ ਥਾਂ ਬਰਾਬਰ ਹੈ 716। ਹੇਠਾਂ ਬੇਟਾ 4 ਉੱਤਰ ਨੇ, ਸਹੀ ਉੱਤਰ ਚੁਣ ਕੇ ਆਪਾਂ ਸਹੀ ਦਾ ਨਿਸ਼ਾਨ ਲਗਾਉਂਦੇ ਹਾਂ। 716 ਗੁਣਾ ਖਾਲੀ ਥਾਂ ਬਰਾਬਰ ਹੈ 716। ਹੁਣ ਬੇਟਾ ਦੇਖੀਏ ਕਿ ਜੋ ਸੰਖਿਆ ਹੈ ਗੁਣਨਫਲ ਉਹੀ ਹੈ, ਫਿਰ ਇਹਦਾ ਮਤਲਬ ਇਹ 1 ਨਾਲ ਗੁਣਾ ਕਰਾਂਗੇ ਤਾਂ ਗੁਣਨਫਲ ਜਿਹੜਾ ਆ ਉਹ 716 ਆਵੇਗਾ। ਗੁਣਾ ਦੇ ਇਸ ਗੁਣ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੜਿਆ ਹੋਇਆ ਹੈ ਕਿ ਜਦੋਂ ਵੀ ਕਿਸੇ ਸੰਖਿਆ ਨੂੰ 1 ਨਾਲ ਗੁਣਾ ਕਰਦੇ ਹਾਂ ਤਾਂ ਗੁਣਨਫਲ ਹਮੇਸ਼ਾ ਉਹੀ ਸੰਖਿਆ ਜਿਹੜੀ ਆ ਉਹ ਪ੍ਰਾਪਤ ਹੁੰਦਾ ਹੈ। ਫਿਰ ਆਪਣਾ ਬੇਟਾ ਫਿਰ ਇੱਥੇ ਖਾਲੀ ਥਾਂ ਵਿੱਚ ਕਿਹੜੀ ਸੰਖਿਆ ਆਵੇਗੀ? 1। ਉੱਤਰ ਕੀ ਹੈ ਫਿਰ ਆਪਣਾ? 1। 1509 ਭਾਗ 1 ਬੇਟਾ 4 ਉੱਤਰ ਨੇ, ਸਹੀ ਉੱਤਰ ਚੁਣ ਕੇ ਸਹੀ ਦਾ ਨਿਸ਼ਾਨ ਲਗਾਉਣਾ ਹੈ। 1509 ਭਾਗ 1 ਬੇਟਾ ਜਿੱਦਾਂ ਸਪਸ਼ਟ ਆ ਕਿ 1509 ਜਿਹੜਾ ਆ ਉਸ ਨੂੰ ਆਪਾਂ ਜਦੋਂ 1 ਨਾਲ ਭਾਗ ਕਰਾਂਗੇ ਤਾਂ ਸਾਨੂੰ ਉਹੀ ਸੰਖਿਆ ਜਿਹੜੀ ਆ ਉਹ ਪ੍ਰਾਪਤ ਹੋਵੇਗੀ। ਤੇ ਫਿਰ ਬੇਟਾ ਜਦੋਂ ਆਪਾਂ 1 ਨਾਲ 1509 ਨੂੰ ਭਾਗ ਕਰਾਂਗੇ ਤਾਂ ਆਪਣੇ ਕੋਲ ਉੱਤਰ ਜਿਹੜਾ ਆ ਉਹ 1509 ਹੀ ਆਵੇਗਾ। ਆਪਾਂ ਭਾਗ ਦੇ ਗੁਣ ਪੜ੍ਹੇ ਹੋਏ ਨੇ ਕਿ ਜਦੋਂ ਕਿਸੇ ਸੰਖਿਆ ਨੂੰ 1 ਨਾਲ ਭਾਗ ਕਰਾਂਗੇ ਤਾਂ ਸਾਨੂੰ ਉਹੀ ਸੰਖਿਆ ਉੱਤਰ ਵਿੱਚ ਪ੍ਰਾਪਤ ਹੁੰਦੀ ਹੈ। ਫਿਰ ਆਪਣਾ ਉੱਤਰ ਕੀ ਹੈ ਬੇਟਾ? 1509। ਫਿਰ ਇਧਰੋਂ ਆਪਾਂ ਉੱਤਰ ਦੇਖੀਏ ਤਾਂ B ਉੱਤਰ ਜਿਹੜਾ ਆਪਣਾ ਸਹੀ ਆ 1509। 7 ਗੁਣਾ 1000 ਬਰਾਬਰ ਹੈ ਖਾਲੀ ਥਾਂ। ਹੇਠਾਂ ਬੇਟਾ 4 ਉੱਤਰ ਨੇ, ਦੇਖਦੇ ਹਾਂ ਕਿ ਕਿਹੜਾ ਉੱਤਰ ਸਹੀ ਹੈ ਤੇ ਫਿਰ ਆਪਾਂ ਸਹੀ ਦਾ ਨਿਸ਼ਾਨ ਲਗਾਉਣਾ ਹੈ। 7 ਗੁਣਾ 1000 ਬਰਾਬਰ ਹੈ ਖਾਲੀ ਥਾਂ। ਬੇਟਾ ਜਿਵੇਂ ਆਪਾਂ ਨੂੰ ਪਤਾ ਹੈ ਕਿ 7 ਗੁਣਾ 10 ਕਾਹਦੇ ਬਰਾਬਰ ਹੁੰਦਾ ਹੈ? 70 ਦੇ। ਇਸੇ ਤਰ੍ਹਾਂ 7 ਗੁਣਾ 100 ਬਰਾਬਰ ਹੈ 700। ਇਸੇ ਤਰ੍ਹਾਂ ਬੇਟਾ ਜਦੋਂ 7 ਨੂੰ ਆਪਾਂ 1000 ਨਾਲ ਗੁਣਾ ਕਰਦੇ ਹਾਂ ਤਾਂ ਆਪਣਾ ਉੱਤਰ ਕਿੰਨਾ ਆਵੇਗਾ? 7000। ਫਿਰ ਆਪਾਂ ਸਹੀ ਉੱਤਰ ਕਿਹੜਾ ਬੇਟਾ ਇਹਨਾਂ ਵਿੱਚੋਂ? 7000 ਸੀ। 573 ਗੁਣਾ 0 ਬਰਾਬਰ ਹੈ ਖਾਲੀ ਥਾਂ। ਹੇਠਾਂ 4 ਉੱਤਰ ਨੇ ਬੇਟਾ, ਇਹਨਾਂ ਵਿੱਚੋਂ ਸਹੀ ਉੱਤਰ ਚੁਣ ਕੇ ਆਪਾਂ ਆਓ ਸਹੀ ਦਾ ਨਿਸ਼ਾਨ ਲਗਾਈਏ। ਹੁਣ ਬੇਟਾ ਆਪਣੇ ਕੋਲੇ ਸੰਖਿਆ ਦਿੱਤੀ ਹੋਈ ਹੈ ਤੇ ਆਪਾਂ ਦੇਖਣਾ ਹੈ ਕਿ ਇਹਦਾ ਗੁਣਨਫਲ ਕਿੰਨਾ ਆਉਂਦਾ ਹੈ। ਇਹ ਬੇਟਾ ਦੇਖੋ, ਚਾਹੇ ਸੰਖਿਆ ਛੋਟੀ ਹੋਵੇ ਉਹਨੂੰ ਜਦੋਂ ਆਪਾਂ 0 ਨਾਲ ਗੁਣਾ ਕਰਦੇ ਹਾਂ ਤਾਂ ਉਹਦਾ ਗੁਣਨਫਲ ਹਮੇਸ਼ਾ 0 ਹੀ ਆਉਂਦਾ ਹੈ, ਤੇ ਚਾਹੇ ਸੰਖਿਆ 2 ਅੰਕਾਂ ਦੀ ਹੋਵੇ ਤਾਂ ਵੀ ਗੁਣਨਫਲ ਕਿੰਨਾ? 0 ਹੀ ਆਉਂਦਾ ਹੈ। ਹੁਣ ਇਹ ਸੰਖਿਆ ਬੇਟਾ ਆਪਾਂ ਦੇਖੀਏ ਕਿ 573 ਨੂੰ ਗੁਣਾ ਜਦੋਂ ਆਪਾਂ 0 ਨਾਲ ਕਰਦੇ ਹਾਂ ਤਾਂ ਇਹਦਾ ਵੀ ਗੁਣਨਫਲ ਕਿੰਨਾ ਆਵੇਗਾ? 0 ਹੀ ਆਵੇਗਾ। ਆਪਾਂ ਗੁਣਾ ਦੇ ਇਸ ਗੁਣ ਤੋਂ ਵੀ ਚੰਗੀ ਤਰ੍ਹਾਂ ਵਾਕਿਫ ਹਾਂ ਕਿ ਕਿਸੇ ਸੰਖਿਆ ਨੂੰ ਜਦੋਂ 0 ਨਾਲ ਗੁਣਾ ਕਰਦੇ ਹਾਂ ਤਾਂ ਗੁਣਨਫਲ ਹਮੇਸ਼ਾ 0 ਹੀ ਪ੍ਰਾਪਤ ਹੁੰਦਾ ਹੈ। ਤਾਂ ਫਿਰ ਆਪਣਾ ਇਧਰੋਂ ਸਹੀ ਉੱਤਰ ਕੀ ਹੋਵੇਗਾ? C 0। ਉਮੀਦ ਹੈ ਬੇਟਾ ਤੁਹਾਨੂੰ ਬਹੁ ਵਿਕਲਪਿਕ ਪ੍ਰਸ਼ਨ ਹੱਲ ਕਰਨ ਦੀ ਸਮਝ ਆ ਗਈ ਹੋਵੇਗੀ। ਹੁਣ ਆਪਾਂ ਬੇਟਾ ਆਪਣੀ ਕਿਤਾਬ ਤੋਂ ਪੰਨਾ ਨੰਬਰ 70 71 ਦੇ ਸਾਰੇ ਸਵਾਲ ਜਿਹੜੇ ਨੇ ਉਹ ਤੁਸੀਂ ਆਪਣੀਆਂ ਕਾਪੀਆਂ ਤੇ ਹੱਲ ਕਰਨੇ ਨੇ। ਅੱਜ ਦੇ ਲਈ ਇੰਨਾ ਹੀ। ਧੰਨਵਾਦ। Hello dear students, let's continue with the forms of verbs. Dear students, we already know that there are 3 forms of verbs. First form, second form and third form. Today we will discuss about the words whose all the forms are different. Are you ready? Let's start.
Students, let's read the word go. When we change its form, it becomes went and then gone. Go here is the first form of the verb and went is the second form and gone is the third form. Go, went, gone. Have a look. Go, went, gone. So here all the three forms are different, right? Now let's have a look at other examples. Take becomes took and taken. So take is the first form and took is the second form. Taken is the third form, right? Take, took, taken. Here also we can see that all the three forms are different. Now students, let's read it. Eat. Eat becomes ate and eaten. And it is what? It is the first form of the verb. And what about ate? Yes, ate is the second form of the verb. And eaten is the third form. Okay? Eat, ate, eaten. Students, you can easily look here that all the three forms are different. Now students, let's read it. Do. Do becomes did and done. And do is which form of the verb? Yes, first form. And did is the second form. What about done? Done is the third form. Do, did, done. Now students, let's read it. Give. Give becomes gave and given. Give is the first form, gave is the second form, and given is the third form. Give, gave, given. Students, you can easily notice that all the three forms are different. Now students, let's read it. Write. Write becomes wrote and written. Here write is the first form of the verb. What about wrote? Yes, wrote is the second form and written is the third form. Write, wrote, written. Write, wrote, written. Okay students, got it? Now you can have a clear look here. All the three forms of these words are different, right? I hope you have enjoyed the class and now it's time for your homework. Dear students, your homework is to do the exercise given in your book at page number 28. Okay? Part C, conjugate the following. It means you have to write down the forms of these words. First form is already written and you have to write down the second and the third form in the given blanks. Okay? So students, give your best and have a nice day ahead. विषय हिंदी कक्षा 4 आ की मात्रा। अपनी मन को टटोलो जी, चित्र का नाम बोलो जी। सुप्रभात प्रिय बच्चों। बच्चों, ये कौन सा चित्र है? पहचानो जरा। किस किसने पहचान लिया? किसी को यह छाता लग रहा है और किसी को खिलौना, मगर यह है क्या? देखते हैं। अरे ये तो नाव का चित्र है जो कि पानी में चलती है। मजा आया ना बच्चों? आज हम आ की मात्रा का अभ्यास कुछ चित्रों द्वारा करेंगे। चित्र देखकर सही शब्दों पर निशान लगाओ। प्यारे बच्चों, यहाँ पर हमें कुछ चित्रों के साथ शब्द भी दिए गए हैं। चित्र को देखकर हमें
सही शब्द का चुनाव करना है। पहला चित्र है हाथ का, तो उसके सामने दिए गए शब्दों को पढ़ते हैं। ह थ हथ, ह था हथा, हा था हाथा और अंत में है हाथ हाथ, जो कि बिल्कुल सही है। इस पर हम सही का निशान लगाते हैं। अब अगला चित्र है बादल का, तो दिए गए शब्द कौन से हैं? ब द ल बदल, बा द ल बादल, ब द ला बदला, ब ला द बालाद। तो बच्चों दूसरे वाला बादल बिल्कुल सही है, जिस पर हम सही का निशान लगाएंगे। अगला चित्र है टमाटर का। यहाँ क्या लिखा गया है? टमाटर टमाटर, टरमाट टरमाट, टामटर टमाटर और अंत में है टमाटर टमाटर, जो कि सही है, जिस पर हम सही का निशान लगाएंगे। बच्चों यह चित्र बाजार का है। दिए गए शब्दों को पढ़ते हैं। बाजा बाजा, बाजार बाजार, बाजार बाजार, बाजरा बाजरा। इनमें से तीसरा बाजार बिल्कुल सही है, जिस पर हम सही का निशान लगाएंगे। अब ये चित्र है पकवान का। दिए गए शब्दों को पढ़ते हैं। पकवन पकवन, पकावन पकावन, पाकवन पाकवन, पकवान पकवान, जो कि बिल्कुल ठीक है। यहाँ पर हम सही का निशान लगाएंगे। बच्चों इनमें ध्यान देने योग्य बात ये है कि दिए गए शब्दों में से हमें हमेशा सार्थक शब्दों का ही चुनाव करना होता है। आओ अब अगली क्रिया देखें। दिए गए चित्रों को देखकर उनके नाम लिखो। तो पहला चित्र है शाल का। शाल हम कैसे लिखेंगे बच्चों? शाल में पहले शा और फिर ल की ध्वनि है, अतः हम यहाँ शा ल शाल लिखेंगे। अगला चित्र है, क्या है बच्चों यहाँ? गाजर। तो गाजर हम कैसे लिखेंगे? पहले गा ज और फिर र, गाजर। अब आगे कौन सा चित्र है? हलवा। तो बच्चों हलवा में कौन कौन सी ध्वनि आती है? ह ल वा की। तो हम यहाँ लिखेंगे ह ल वा, हलवा। अब अगले चित्र में देखते हैं क्या है। ये है बादाम। तो हम जैसे बोलते हैं, पहले बा दा म, बादाम। उसी तरह से हम लिखेंगे बा दा म, बादाम। अब ये चित्र कौन सा है बच्चों? ये है कपास का, जिससे कि धागा बनता है। तो कपास को कैसे लिखेंगे? क पा स, कपास। अब अगला देखो क्या है ये तो सबको ही मालूम है। यह है पाठशाला, जिसमें आप सब पढ़ते हो। इसको कैसे लिखेंगे? पा ठ पाठ, शा ला शाला, पाठशाला। देखा बच्चों आपने? चित्र को देखकर उसका नाम लिखना कितना आसान है। गृह कार्य में आप सबने हिंदी की पाठ्य पुस्तक के पृष्ठ संख्या 24 पर चित्रों के नाम उनके नीचे सुंदर लिखाई में लिखने हैं। अलविदा बच्चों, फिर मिलेंगे। ਬੱਚਿਓ ਆਪਾਂ ਸਭ ਨੇ ਪਾਠ 8 ਚਿੜੀਆ ਘਰ ਰਾਹੀਂ ਛੱਤਬੀੜ ਚਿੜੀਆ ਘਰ ਦੀ ਬਹੁਤ ਹੀ ਦਿਲਚਸਪ ਤਰੀਕੇ ਨਾਲ ਸੈਰ ਕੀਤੀ ਹੈ। ਇਸ ਸੈਰ ਦੌਰਾਨ ਆਪਾਂ ਉੱਥੇ ਬਹੁਤ ਸਾਰੇ ਜਾਨਵਰਾਂ ਤੇ ਪੰਛੀਆਂ ਨੂੰ ਮਿਲੇ ਹਾਂ ਤੇ ਉਹਨਾਂ ਪੰਛੀਆਂ ਵਿੱਚੋਂ ਹੀ ਅੱਜ ਆਪਾਂ ਮੋਰ ਬਾਰੇ ਪੜਾਂਗੇ, ਪਰ ਇੱਕ ਦਿਲਚਸਪ ਤਰੀਕੇ ਨਾਲ। ਆਪਾਂ ਮੋਰ ਬਾਰੇ ਕੁਝ ਗੱਲਾਂ ਕਰਾਂਗੇ ਤੇ ਉਹਨਾਂ ਨੂੰ ਆਪਣੀਆਂ ਕਾਪੀਆਂ ਉੱਪਰ ਲਿਖਾਂਗੇ। ਤੁਸੀਂ ਸਭ ਬੱਚੇ ਆਪਣੀਆਂ ਕਾਪੀਆਂ ਤੇ ਪੈਨ ਤਿਆਰ ਕਰ ਲਓ। ਬੱਚਿਓ ਇਸ ਨੂੰ ਬੋਲ ਲਿਖਤ ਕਿਹਾ ਜਾਂਦਾ ਹੈ। मैं मोर बारे 10 वाक बोलांगी ते तुसी उन्हां वाकां नूं बहुत ही सुंदर लिखाई विच अपनी कापियां ऊपर लिखना है। मैं हर वाक 2 बार दोहरावांगी, उस तो बाद सब वाक मैं तुहानूं लिख के दिखावांगी ते उन्हां वाकां नूं वेख के तुसी अपनी गलतियां दुरुस्त करनियां हन। ते चलो बच्चों फिर करदे हां जी शुरू। मोर भारत दा राष्ट्रीय पंछी है। मोर भारत दा राष्ट्रीय पंछी है।
ਮੋਰ ਨੂੰ ਕਿਸਾਨ ਦਾ ਮਿੱਤਰ ਕਿਹਾ ਜਾਂਦਾ ਹੈ। ਮੋਰ ਨੂੰ ਕਿਸਾਨ ਦਾ ਮਿੱਤਰ ਕਿਹਾ ਜਾਂਦਾ ਹੈ। ਮੋਰ ਚਮਕੀਲੇ ਹਰੇ ਤੇ ਨੀਲੇ ਰੰਗ ਦਾ ਹੁੰਦਾ ਹੈ। ਮੋਰ ਚਮਕੀਲੇ ਹਰੇ ਤੇ ਨੀਲੇ ਰੰਗ ਦਾ ਹੁੰਦਾ ਹੈ। ਮੋਰ ਮੋਰਨੀ ਦੇ ਮੁਕਾਬਲੇ ਜ਼ਿਆਦਾ ਸੋਹਣਾ ਹੁੰਦਾ ਹੈ। ਮੋਰ ਮੋਰਨੀ ਦੇ ਮੁਕਾਬਲੇ ਜ਼ਿਆਦਾ ਸੋਹਣਾ ਹੁੰਦਾ ਹੈ। ਮੋਰ ਦੇ ਖੰਭ ਬਹੁਤ ਸੁੰਦਰ ਤੇ ਲੰਬੇ ਹੁੰਦੇ ਹਨ। ਮੋਰ ਦੇ ਖੰਭ ਬਹੁਤ ਸੁੰਦਰ ਤੇ ਲੰਬੇ ਹੁੰਦੇ ਹਨ। ਮੋਰ ਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਮੋਰ ਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਮੋਰਨੀ ਇੱਕ ਵਾਰੀ ਵਿੱਚ 3 ਆਂਡੇ ਦਿੰਦੀ ਹੈ। ਮੋਰਨੀ ਇੱਕ ਵਾਰੀ ਵਿੱਚ 3 ਆਂਡੇ ਦਿੰਦੀ ਹੈ। ਭਾਰਤ ਵਿੱਚ ਮੋਰ ਦੇ ਸ਼ਿਕਾਰ ਤੇ ਪਾਬੰਦੀ ਹੈ। ਭਾਰਤ ਵਿੱਚ ਮੋਰ ਦੇ ਸ਼ਿਕਾਰ ਤੇ ਪਾਬੰਦੀ ਹੈ। ਪੁਰਾਣੇ ਸਮਿਆਂ ਵਿੱਚ ਮੋਰ ਦੇ ਖੰਭ ਨਾਲ ਲਿਖਿਆ ਜਾਂਦਾ ਸੀ। ਪੁਰਾਣੇ ਸਮਿਆਂ ਵਿੱਚ ਮੋਰ ਦੇ ਖੰਭ ਨਾਲ ਲਿਖਿਆ ਜਾਂਦਾ ਸੀ। ਮੋਰ ਬੱਦਲਾਂ ਨੂੰ ਵੇਖ ਕੇ ਖੁਸ਼ੀ ਵਿੱਚ ਪੈਲਾਂ ਪਾਉਂਦਾ ਹੈ। ਮੋਰ ਬੱਦਲਾਂ ਨੂੰ ਵੇਖ ਕੇ ਖੁਸ਼ੀ ਵਿੱਚ ਪੈਲਾਂ ਪਾਉਂਦਾ ਹੈ। ਬੱਚਿਓ, ਹੁਣ ਇਹ ਵਾਕ ਮੈਂ ਤੁਹਾਨੂੰ ਲਿਖ ਕੇ ਦਿਖਾਵਾਂਗੀ ਤੇ ਤੁਸੀਂ ਇਹਨਾਂ ਵਾਕਾਂ ਨੂੰ ਵੇਖ ਕੇ ਆਪਣੀਆਂ ਗਲਤੀਆਂ ਦਰੁਸਤ ਕਰਨੀਆਂ ਹਨ। ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ। ਮੋਰ ਨੂੰ ਕਿਸਾਨ ਦਾ ਮਿੱਤਰ ਕਿਹਾ ਜਾਂਦਾ ਹੈ। ਮੋਰ ਚਮਕੀਲੇ ਹਰੇ ਤੇ ਨੀਲੇ ਰੰਗ ਦਾ ਹੁੰਦਾ ਹੈ। ਮੋਰ ਮੋਰਨੀ ਦੇ ਮੁਕਾਬਲੇ ਜ਼ਿਆਦਾ ਸੋਹਣਾ ਹੁੰਦਾ ਹੈ। ਮੋਰ ਦੇ ਖੰਭ ਬਹੁਤ ਹੀ ਸੁੰਦਰ ਤੇ ਲੰਬੇ ਹੁੰਦੇ ਹਨ। ਮੋਰ ਨੂੰ ਪੰਛੀਆਂ ਦਾ ਰਾਜਾ ਕਿਹਾ ਜਾਂਦਾ ਹੈ। ਮੋਰਨੀ ਇੱਕ ਵਾਰੀ ਵਿੱਚ 3 ਆਂਡੇ ਦਿੰਦੀ ਹੈ। ਭਾਰਤ ਵਿੱਚ ਮੋਰ ਦੇ ਸ਼ਿਕਾਰ ਤੇ ਪਾਬੰਦੀ ਹੈ। ਪੁਰਾਣੇ ਸਮੇਂ ਵਿੱਚ ਮੋਰ ਦੇ ਖੰਭ ਨਾਲ ਲਿਖਿਆ ਜਾਂਦਾ ਸੀ। ਮੋਰ ਬੱਦਲਾਂ ਨੂੰ ਵੇਖ ਕੇ ਖੁਸ਼ੀ ਵਿੱਚ ਪੈਲਾਂ ਪਾਉਂਦਾ ਹੈ। ਬੱਚਿਓ, ਆਸ ਕਰਦੀ ਹਾਂ ਕਿ ਤੁਸੀਂ ਇਹਨਾਂ ਵਾਕਾਂ ਨੂੰ ਵੇਖ ਕੇ ਆਪਣੀਆਂ ਗਲਤੀਆਂ ਸੁਧਾਰ ਲਈਆਂ ਹੋਣਗੀਆਂ ਤੇ ਇਹਨਾਂ ਵਾਕਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਲਿਆ ਹੋਵੇਗਾ। ਘਰ ਦੇ ਕੰਮ ਵਿੱਚ ਤੁਸੀਂ ਸਭ ਨੇ ਇਹਨਾਂ ਵਾਕਾਂ ਨੂੰ ਬਹੁਤ ਹੀ ਸੁੰਦਰ ਲਿਖਾਈ ਵਿੱਚ ਆਪਣੀਆਂ ਕਾਪੀਆਂ ਉੱਪਰ ਲਿਖਣਾ ਹੈ ਤੇ ਇਹਨਾਂ ਗਲਤੀਆਂ ਦੀ ਦੁਹਰਾਈ ਵੀ ਕਰਨੀ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਅੱਜ ਅਸੀਂ ਕਰਾਂਗੇ ਜਮਾਤ 5ਵੀਂ ਦਾ ਵਿਸ਼ਾ ਗਣਿਤ। ਅਸੀਂ ਹੱਲ ਕਰਾਂਗੇ ਅਭਿਆਸ 3.1 ਦਾ ਸਵਾਲ ਨੰਬਰ 2 ਪਾਰਟ A ਅਤੇ ਸਵਾਲ ਨੰਬਰ 3 ਪਾਰਟ E ਅਤੇ F। ਸੋ ਚਲੋ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਅਸੀਂ ਸੰਖਿਆ 6 ਅਤੇ ਸੰਖਿਆ 8 ਦੇ ਗੁਣਨਖੰਡ ਕਰ ਚੁੱਕੇ ਹਾਂ। ਸੰਖਿਆ 6 ਦੇ ਗੁਣਨਖੰਡ ਹਨ 1 2 3 6 ਅਤੇ ਸੰਖਿਆ 8 ਦੇ ਗੁਣਨਖੰਡ ਹਨ 1 2 4 ਅਤੇ 8। ਪਿਆਰੇ ਬੱਚਿਓ, ਜਦੋਂ ਅਸੀਂ ਸੰਖਿਆ 6 ਦੇ ਗੁਣਨਖੰਡ ਕੀਤੇ ਤਾਂ ਵੇਖਿਆ ਜਿੰਨੀ ਵਾਰ ਸਾਡੇ ਕੋਲ ਲੇਟਵੀਂ ਕਤਾਰ, ਖੜਵੀਂ ਕਤਾਰ ਅਤੇ ਆਇਤਾਕਾਰ ਸ਼ਕਲ ਬਣੀ, ਉਨੀ ਵਾਰ ਸੰਖਿਆ 6 ਦੇ ਗੁਣਨਖੰਡ ਬਣੇ। ਪਿਆਰੇ ਬੱਚਿਓ, ਚਲੋ ਅਸੀਂ ਸੰਖਿਆ 16 ਦੇ ਗੁਣਨਖੰਡ ਕਰਕੇ ਵੇਖਦੇ ਹਾਂ। ਮੈਂ ਇੱਥੇ 16 ਬਟਨਾਂ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਤਰਤੀਬ ਵਿੱਚ ਰੱਖਿਆ ਹੈ। ਜਿੰਨੀ ਵਾਰ ਸਾਡੇ ਕੋਲ ਲੇਟਵੀਂ ਕਤਾਰ, ਖੜਵੀਂ ਕਤਾਰ, ਆਇਤਾਕਾਰ ਅਤੇ ਵਰਗਾਕਾਰ ਸ਼ਕਲ ਬਣੀ, ਉਨੀ ਵਾਰ ਸੰਖਿਆ 16 ਦੇ ਗੁਣਨਖੰਡ ਬਣੇ। ਇਸ ਤਰ੍ਹਾਂ ਸੰਖਿਆ 16 ਦੇ ਗੁਣਨਖੰਡ ਹਨ 1
2 4 8 ਅਤੇ 16। ਪਿਆਰੇ ਬੱਚਿਓ, ਤੁਸੀਂ ਸੰਖਿਆ 16 ਦੇ ਗੁਣਨਖੰਡ ਸਿੱਖ ਚੁੱਕੇ ਹੋ। ਹੁਣ ਅਸੀਂ ਗਣਿਤ ਦੀ ਦੁਨੀਆ ਪੁਸਤਕ ਚੋਂ ਅਭਿਆਸ 3.1 ਦਾ ਸਵਾਲ ਨੰਬਰ 2 ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਗੁਣਨਖੰਡ ਲੱਭੋ। ਇਸ ਦਾ ਭਾਗ A ਕਰਾਂਗੇ, ਭਾਵ 5 ਦੇ ਗੁਣਨਖੰਡ ਲੱਭਾਂਗੇ। ਪਿਆਰੇ ਬੱਚਿਓ, ਚਲੋ ਅਸੀਂ 5 ਦੇ ਗੁਣਨਖੰਡ ਕਰਦੇ ਹਾਂ। ਇੱਥੇ ਮੈਂ 5 ਬਟਨਾਂ ਨੂੰ ਹਰ ਸੰਭਵ ਤਰਤੀਬ ਵਿੱਚ ਰੱਖ ਕੇ ਵੇਖਿਆ ਹੈ। ਇੱਥੇ ਸਾਡੇ ਕੋਲ ਬਣੀ ਹੈ ਲੇਟਵੀਂ ਕਤਾਰ, ਖੜਵੀਂ ਕਤਾਰ, ਪਰ ਇਹਨਾਂ ਦੋਹਾਂ ਚਿੱਤਰਾਂ ਵਿੱਚ ਨਾ ਤਾਂ ਆਇਤਾਕਾਰ ਸ਼ਕਲ ਬਣਦੀ ਹੈ ਅਤੇ ਨਾ ਹੀ ਵਰਗਾਕਾਰ ਸ਼ਕਲ, ਸੋ ਇਹ ਚਿੱਤਰ 5 ਦੇ ਗੁਣਨਖੰਡ ਨਹੀਂ ਬਣਾਉਂਦੇ। ਪਿਆਰੇ ਬੱਚਿਓ, ਇਸ ਲਈ 5 ਦੇ ਗੁਣਨਖੰਡ ਹਨ 1 ਅਤੇ 5। ਸੋ ਬੇਟਾ 1 ਅਤੇ 5 ਦੇ ਗੁਣਨਖੰਡ ਹਨ, ਇਸ ਲਈ ਅਸੀਂ ਇਹਨਾਂ ਤੇ ਸਹੀ ਦਾ ਨਿਸ਼ਾਨ ਲਗਾ ਦਿੰਨੇ ਹਾਂ। ਅਤੇ 2 3 4 ਇਹ ਸੰਖਿਆ 5 ਦੇ ਗੁਣਨਖੰਡ ਨਹੀਂ ਹਨ, ਇਸ ਲਈ ਇਹਨਾਂ ਤੇ ਅਸੀਂ ਕਾਂਟਾ ਲਗਾ ਦਿੰਨੇ ਹਾਂ। ਬੇਟਾ ਹੁਣ ਅਸੀਂ ਅਭਿਆਸ 3.1 ਦਾ ਸਵਾਲ ਨੰਬਰ 3 ਹੇਠ ਦਿੱਤੀਆਂ ਸੰਖਿਆਵਾਂ ਦੇ ਗੁਣਨਖੰਡ ਲਿਖੋ। ਇਸ ਦਾ ਪਾਰਟ E ਅਤੇ F ਹੱਲ ਕਰਾਂਗੇ। ਪਿਆਰੇ ਬੱਚਿਓ, ਅਸੀਂ ਕਿਸੇ ਵੀ ਸੰਖਿਆ ਦੇ ਗੁਣਨਖੰਡ ਦੋ ਵਿਧੀਆਂ ਨਾਲ ਕਰ ਸਕਦੇ ਹਾਂ, ਗੁਣਾ ਵਿਧੀ ਅਤੇ ਵੰਡ ਵਿਧੀ। ਚਲੋ ਅਸੀਂ 45 ਦੇ ਗੁਣਨਖੰਡ ਇਹਨਾਂ ਦੋਹਾਂ ਵਿਧੀਆਂ ਨਾਲ ਕਰਕੇ ਵੇਖਦੇ ਹਾਂ। ਇੱਕ ਨੂੰ 45 ਨਾਲ ਗੁਣਾ ਕਰਨ ਤੇ ਕੀ ਉੱਤਰ ਮਿਲਦਾ ਹੈ? 45। 3 ਗੁਣਾ 15 ਬਰਾਬਰ ਹੈ 45। 5 ਗੁਣਾ 9 ਬਰਾਬਰ ਹੈ 45। ਇਸੇ ਤਰ੍ਹਾਂ ਵੰਡ ਵਿਧੀ ਵਿੱਚ 45 ਭਾਗ 1 ਬਰਾਬਰ ਹੈ 45, ਭਾਵ ਪੂਰਾ ਪੂਰਾ ਵੰਡਿਆ ਜਾਂਦਾ ਹੈ। 45 ਭਾਗ 3 ਬਰਾਬਰ ਹੈ 15, 45 ਭਾਗ 5 ਬਰਾਬਰ ਹੈ 9, 45 ਭਾਗ 9 ਬਰਾਬਰ ਹੈ 5। 45 ਨੂੰ 15 ਨਾਲ ਭਾਗ ਕਰਨ ਤੇ ਬਰਾਬਰ ਬਰਾਬਰ ਵੰਡਿਆ ਜਾਂਦਾ ਹੈ ਤੇ ਉੱਤਰ ਆਉਂਦਾ ਹੈ 3। ਇਸੇ ਤਰ੍ਹਾਂ 45 ਭਾਗ 45 ਬਰਾਬਰ ਹੈ 1। ਸੋ ਪਿਆਰੇ ਬੱਚਿਓ, ਜਿਹੜੇ ਅੰਕਾਂ ਨਾਲ 45 ਬਰਾਬਰ ਵੰਡਿਆ ਜਾਂਦਾ ਹੈ ਉਹ 45 ਦੇ ਗੁਣਨਖੰਡ ਬਣਦੇ ਹਨ। ਸੋ ਪਿਆਰੇ ਬੱਚਿਓ, 45 ਦੇ ਗੁਣਨਖੰਡ ਹਨ 1 3 5 9 15 ਅਤੇ 45। ਪਿਆਰੇ ਬੱਚਿਓ, ਹੁਣ ਅਸੀਂ ਗੁਣਾ ਵਿਧੀ ਨਾਲ 21 ਦੇ ਗੁਣਨਖੰਡ ਕਰਾਂਗੇ। ਬੱਚਿਓ, 1 ਨੂੰ 21 ਨਾਲ ਗੁਣਾ ਕਰਨ ਤੇ ਕੀ ਉੱਤਰ ਆਉਂਦਾ ਹੈ? 21। 3 ਗੁਣਾ 7 ਬਰਾਬਰ ਹੈ 21। ਸੋ ਇਸ ਪ੍ਰਕਾਰ 21 ਦੇ ਗੁਣਨਖੰਡ ਕਿਹੜੇ ਬਣਦੇ ਹਨ? 1 3 7 ਅਤੇ 21। ਪਿਆਰੇ ਬੱਚਿਓ, ਹੁਣ ਵਾਰੀ ਹੈ ਘਰ ਦੇ ਕੰਮ ਦੀ। ਉਸ ਵਾਸਤੇ ਤੁਸੀਂ ਆਪਣੀ ਗਣਿਤ ਦੀ ਪੁਸਤਕ ਚੋਂ ਅਭਿਆਸ 3.1 ਦਾ ਸਵਾਲ ਨੰਬਰ 2 ਇਸ ਦੇ ਪਾਰਟ B, C, D, E ਅਤੇ F ਹੱਲ ਕਰਨਾ ਹੈ ਤੇ ਸਵਾਲ ਨੰਬਰ 3 ਦਾ ਪਾਰਟ A, B, C ਅਤੇ D ਹੱਲ ਕਰਨਾ ਹੈ। ਧੰਨਵਾਦ। Good morning, children. Sing with me. I am a little child in a big world, where giants in black boots make swift moves. I even spy machines in the sky. They look like birds but have no eyes. Grandmother and I, we often sigh at the big adult world, an alien world. Well done, children. Very good.
Let's start the next stanza. I caress her wrinkled skin. In her I find my kin. We are so much alike. We think so alike. Let's read. I caress her wrinkled. Here, children, W is silent. We pronounce it wrinkled. Skin. I caress her wrinkled skin. Here, I is the child. Caress. Caress is gentle touch, or it's a loving touch. I caress her. Her is grandmother. We use her for grandmother. Wrinkled. Wrinkled is loose and saggy. In old age, we have wrinkled skin. Look here. In the young age students, we have a smooth skin. But in old age, our skin loosens and becomes saggy. So, the child's grandma has a wrinkled skin. Let's read. In her, I find my kin. In her. Her is child's grandmother and I is the child. Find. My kin. Find is to discover and kin is our family. In our family, children, we have grandfather and grandmother, our father and mother, our uncle and aunt, and also we have brothers and sisters. They are our kin, our relatives, family. And similarly, child's kin is his grandmother. Let's read. We are so much alike. We are so much alike. Children, here we is child and his grandma. They are we. We are so much. Children, so much means very much, too much. Alike. Alike is same, similar. Look, daughter is similar to her mother. They are alike. And in our next picture, the flowers are alike. They are same. And so, the child says, we are so much alike. We resemble each other. Let's read. We think so alike. We think so alike. Children, here again we is child and grandma. They are we. Think. Think is believing something. Think, we always think. And they are thinking so alike. Alike means same to same. Children, your homework is recite the poem on your own. And do take care of your grandparents. They are very special. पाठ 6 ईमानदार बालक। इस कहानी में आपने एक ईमानदार और साहसी बालक गोपाल के विषय में पढ़ा है कि किस प्रकार उसने मास्टर जी के सामने अपनी गलती मान ली थी और मास्टर जी ने भी उसके इस साहस की प्रशंसा की थी। चलिए अब देखते हैं कि आपको कितनी कहानी याद है। आज हम इस पाठ के अभ्यास के रूप में कुछ बहुविकल्पिक प्रश्न उत्तर करेंगे। पहला प्रश्न है, मास्टर जी किस विषय की कापियां जांच रहे थे? विकल्प हैं गणित, हिंदी, पंजाबी
या अंग्रेजी? सोचिए बच्चों, किस विषय की कापियां जांच रहे थे मास्टर जी? हिंदी। गलत जवाब। सही विकल्प है गणित। मास्टर जी गणित विषय की कापियां जांच रहे थे। दूसरा प्रश्न है, कक्षा में कम बच्चे ही क्यों गृह कार्य करके आए थे? विकल्प हैं क सवाल ज्यादा थे, ख सवाल बहुत कठिन थे, ग बच्चे गैर हाजिर थे, घ बच्चों को करवाए नहीं थे। सोचिए बच्चों, इस प्रश्न का सही उत्तर क्या होगा? सवाल बहुत कठिन थे। शाबाश, बिल्कुल सही उत्तर। कक्षा में कम बच्चे गृह कार्य करके आए थे क्योंकि सवाल बहुत कठिन थे। तीसरा प्रश्न है, मास्टर जी गोपाल पर प्रसन्न क्यों थे? विकल्प हैं क वह होशियार था, ख वह ताकतवर था, ग उसके सभी सवाल ठीक थे, घ वह हमेशा अव्वल आता था। सोचिए बच्चों, इस सवाल का सही जवाब क्या होगा? उसके सभी सवाल ठीक थे। बिल्कुल सही उत्तर। गोपाल के सभी सवाल ठीक थे। चौथा प्रश्न है, पाठशाला का अर्थ क्या है? इसके विकल्प हैं क धर्मशाला, ख स्कूल, ग गौशाला के घ खेल का मैदान। सोचिए बच्चों, इन चारों विकल्पों में से सही उत्तर कौन सा है? पाठशाला का अर्थ है स्कूल। शाबाश, बिल्कुल सही उत्तर। पांचवा प्रश्न है, फूट पड़ना का क्या अर्थ है? विकल्प हैं क फूट जाना, ख टूट जाना, ग रो पड़ना, घ फट जाना। सोचिए बच्चों, इन चारों में से सही विकल्प कौन सा है? फूट जाना। गलत जवाब। सही जवाब है रो पड़ना। इस कहानी में जब मास्टर जी ने गोपाल की सारे सवाल ठीक करने पर पूरी कक्षा के सामने प्रशंसा की थी, तब गोपाल फूट पड़ा था। फूट पड़ा मतलब रो पड़ा था। छठा प्रश्न, गोपाल के सच बोलने पर मास्टर जी ने उसके साथ क्या किया? विकल्प हैं क उसे दंड दिया, ख उसे जुर्माना लगाया, ग उसकी प्रशंसा की, के घ उसे घर भेज दिया। बताइए बच्चों, इन चारों विकल्पों में से सही उत्तर कौन सा होगा? उसकी प्रशंसा की। शाबाश, बिल्कुल सही उत्तर। सातवां प्रश्न है, विद्यार्थी में कौन कौन से गुण होने चाहिए? विकल्प हैं क ईमानदारी, ख सच्चाई, ग साहस, के घ उपरोक्त सारे। सोचिए बच्चों, इनमें से कौन सा विकल्प सही है? उपरोक्त सारे। शाबाश, बिल्कुल सही उत्तर। विद्यार्थी में यह सारे गुण होने चाहिए। गृह कार्य। गोपाल रो रहा था क्योंकि उसे चोट लगी थी, उसने काम नहीं किया था, उसे भूख लगी थी कि वह खुद को तारीफ के लायक नहीं समझता था। इस प्रश्न का सही उत्तर ढूंढिए और अपनी कॉपियों में लिखिए। बहुत ही ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਆਪਾਂ ਪੰਜਾਬੀ ਦੀ ਸੁੰਦਰ ਲਿਖਾਈ ਦੇ ਵਿਸ਼ੇ ਦੇ ਉੱਤੇ ਰੋਜ਼ਾਨਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਪਏ ਆਂ ਔਰ ਮੈਂ ਉਮੀਦ ਕਰਦਾ ਹਾਂ ਪਹਿਲਾਂ ਜਿਹੜੇ ਅੱਖਰ ਸਿੱਖੇ ਆ ਤੁਸੀਂ ਉਹਨਾਂ ਦੇ ਪੂਰਨੇ ਆ ਜਿਹੜੇ ਉਹ ਪਾ ਲਏ ਹੋਣਗੇ, ਚੰਗੀ ਤਰ੍ਹਾਂ ਨਾਲ ਅੱਖਰ ਸਿੱਖ ਲਏ ਹੋਣਗੇ। ਅੱਜ ਬੱਚੇ ਆਪਾਂ ਚੌਥੇ ਸੈੱਟ ਦੇ ਚੌਥੇ ਅੱਖਰ ਭੱਬਾ ਦੇ ਉੱਤੇ ਪਹੁੰਚ ਚੁੱਕੇ ਆਂ। ਤਾਂ ਸਾਰੇ ਬੱਚੇ ਧਿਆਨ ਦੇ ਨਾਲ ਦੇਖੋ, ਅੱਖਰ ਭੱਬਾ ਦੀ ਬਣਤਰ ਹੈ ਜਿਹੜੀ ਉਹ ਆਪਾਂ ਕਿਸ ਤਰ੍ਹਾਂ ਬਣਾਉਣੀ ਆ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਬੇਟਾ, ਜਿਵੇਂ ਤੁਹਾਨੂੰ ਦੱਸਿਆ ਵੀ ਹਰ ਸੈੱਟ ਦੇ ਅੱਖਰਾਂ ਦੀ ਬਣਤਰ ਆਪਸ ਦੇ ਵਿੱਚ ਰਲਦੀ ਮਿਲਦੀ ਹੁੰਦੀ ਹੈ ਔਰ ਸਭ ਦੇ ਸਟੈਪ ਲਗਭਗ ਸੇਮ ਹੁੰਦੇ ਆ। ਸਭ ਤੋਂ ਪਹਿਲੇ ਸਟੈਪ ਦੇ ਵਿੱਚ ਅੰਦਾਜ਼ੇ ਨਾਲ ਜਿੰਨੀ ਅਸੀਂ ਅੱਖਰ ਦੀ ਚੌੜਾਈ ਲੈਣੀ ਆ ਉਨੀ ਅਸੀਂ ਆਹ ਰੇਖਾ ਉੱਪਰਲੇ ਪਾਸੇ ਖਿੱਚ ਲੈਂਦੇ ਆ ਅੰਦਾਜ਼ੇ ਦੇ ਨਾਲ।
ਫਿਰ ਉਹਦੇ ਤੋਂ ਬਾਅਦ ਦੇ ਵਿੱਚ ਬੱਚੇ ਅਸੀਂ ਕੀ ਕਰਨਾ, ਥੋੜੀ ਜਿਹੀ ਰੇਖਾ ਇਧਰਲੇ ਪਾਸੇ ਛੱਡ ਕੇ, ਜਿਹਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਹੁਲਾਰਾ ਵੀ ਬੋਲਦੇ ਆ, ਉਹ ਛੱਡ ਕੇ ਥੋੜਾ ਜਿਹਾ ਇਧਰਲੇ ਪਾਸਿਓਂ ਅੰਦਰੋਂ ਅਸੀਂ ਇਸ ਬਿੰਦੂ ਤੋਂ ਸ਼ੁਰੂ ਕਰਦੇ ਹੋਏ ਇਹਦੇ ਵਿੱਚ ਬੇਟਾ ਗੋਲਾਈ ਦਾ ਹੀ ਵਿਸ਼ੇਸ਼ ਧਿਆਨ ਰੱਖਣਾ। ਅਸੀਂ ਥੱਲੇ ਨੂੰ ਆ ਜਾਾਂਗੇ, ਅੱਧ ਤੋਂ ਥੱਲੜੇ ਪਾਸੇ ਨੂੰ ਆਉਂਦੇ ਹੋਏ ਇੱਥੋਂ ਵਾਪਸ ਜਾਂਦੇ ਹੋਏ, ਫਿਰ ਇਹਦੇ ਵਿੱਚ ਗੋਲਾਈ ਦਾ ਵਿਸ਼ੇਸ਼ ਧਿਆਨ ਰੱਖਣਾ ਬੱਚੇ। ਆਪਾਂ ਇਸ ਬਿੰਦੂ ਦੇ ਉੱਤੇ ਆ ਕੇ, ਆ ਪੈਰ ਗੋਲਾਈ ਹੁੰਦੀ ਆ, ਅਸੀਂ ਇੱਥੇ ਆ ਕੇ ਰੋਕ ਦੇਣਾ ਆ। ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਕਿਹੜੀ ਆ, ਆਹ ਗੋਲਾਈ ਤੇ ਆਹ ਗੋਲਾਈ ਬੇਟਾ ਇੱਕ ਹੀ ਸੇਧ ਦੇ ਵਿੱਚ ਹੁੰਦੀ ਆ। ਆਹ ਪੁਆਇੰਟ ਤੇ ਆਹ ਇਹਦਾ ਪੈਰ ਆ ਜਿਹੜਾ, ਇਹ ਇੱਕੋ ਹੀ ਸੇਧ ਦੇ ਵਿੱਚ ਹੁੰਦੇ ਆ। ਫਿਰ ਧਿਆਨ ਨਾਲ ਦੇਖ ਲਓ ਬੇਟਾ, ਅੱਖਰ ਪੱਬਾ ਦੀ ਬਣਤਰ ਅਸੀਂ ਕਿਸ ਤਰ੍ਹਾਂ ਬਣਾਉਣੀ ਆ। ਬਸ ਬੇਟਾ ਇਹ ਹੌਲੀ ਹੌਲੀ ਅਭਿਆਸ ਨਾਲ ਤੁਹਾਡਾ ਹੱਥ ਚੱਲ ਪਊਗਾ ਗੋਲਾਈਆਂ ਤੇ। ਸਭ ਤੋਂ ਪਹਿਲੇ ਸਟੈਪ 'ਚ ਅਸੀਂ ਇੱਥੇ ਗਏ, ਉਹਦੇ ਤੋਂ ਬਾਅਦ ਦੇ ਵਿੱਚ ਇੱਥੋਂ ਗੋਲਾਈ ਦਿੰਦੇ ਹੋਏ ਆਹ ਸੈਂਟਰ ਲਾਈਨ ਤੋਂ ਹੇਠਲੇ ਪਾਸੇ ਨੂੰ ਆ ਗਏ। ਆਹ ਜ਼ੀਰੋ ਕਾਫੀ ਵੱਡੀ ਬਣਦੀ, ਇੱਥੋਂ ਘੁੰਮਦੇ ਹੋਏ ਬਸ ਹੱਥ ਦੀਆਂ ਗੋਲਾਈਆਂ ਹੀ ਆ ਬੇਟਾ, ਘੁੰਮਦੇ ਹੋਏ ਅਸੀਂ ਇੱਥੇ ਆ ਗਏ। ਅਭਿਆਸ ਦੇ ਨਾਲ ਤੁਹਾਡੀਆਂ ਇਹ ਗੋਲਾਈਆਂ ਸੈੱਟ ਹੋ ਜਾਣਗੀਆਂ। ਆਹ ਜਿਹੜੀ ਜ਼ੀਰੋ ਹੈਗੀ ਆ ਸੈਂਟਰ ਲਾਈਨ ਤੇ ਅੱਧੀ ਹੇਠਲੇ ਪਾਸੇ ਅੱਧੀ ਉੱਪਰਲੇ ਪਾਸੇ ਹੁੰਦੀ ਹੈ। ਸੋ ਇਹ ਹੈਗੀ ਆ ਬੇਟਾ ਅੱਖਰ ਪੱਬਾ ਦੀ ਬਣਤਰ। ਤੁਸੀਂ ਸਾਰੇ ਬੱਚਿਆਂ ਨੇ ਜਿਹੜੀਆਂ ਤੁਹਾਡੇ ਕੋਲ ਵਰਕਸ਼ੀਟਾਂ ਪਹੁੰਚੀਆਂ, ਜਾਂ ਜੇ ਵਰਕਸ਼ੀਟ ਤੁਹਾਡੇ ਕੋਲ ਅਵੇਲੇਬਲ ਨਹੀਂ ਹੁੰਦੀ ਤਾਂ ਤੁਹਾਡੀ ਲਾਈਨਾਂ ਵਾਲੀ ਜਿਹੜੀ ਕਾਪੀ ਹੈਗੀ ਆ ਉਹਦੇ ਉੱਤੇ ਪੈਨਸਲ ਦੇ ਨਾਲ ਜਾਂ ਜੈਲ ਪੈਨ ਦੇ ਨਾਲ ਇਹਦਾ ਜਿਹੜਾ ਅਭਿਆਸ ਆ ਉਹ ਕਰ ਲੈਣਾ, ਤਾਂ ਜੋ ਤੁਹਾਡੇ ਹੱਥਾਂ ਦੇ ਉੱਤੇ ਵੀ ਇਹ ਜਿਹੜੀ ਅੱਖਰ ਆ ਤੁਹਾਨੂੰ ਬਣਾਉਣਾ ਪਰਫੈਕਟ ਢੰਗ ਨਾਲ ਆ ਜਾਵੇ। ਤੁਹਾਡਾ ਬਹੁਤ ਬਹੁਤ ਧੰਨਵਾਦ।